बुलेटिन विच तुहाडा स्वागत है। ये ने अज दीयां खास खबरां। श्री अकाल तख्त साहिब के साबका जथेदार सचखंड श्री हरमिंदर साहिब के साबका मुख ग्रंथी और होर वख-वख धार्मिक सेवावां निभाउण वाले ज्ञानी जोगिंदर सिंह का संस्कार गुरुद्वारा संगराणा साहिब तरनतारण रोड विखे किया गया। जथेदार श्री अकाल तख्त साहिब जिन्हां दा अज सारे सिख पंथ नूं बहुत वड्डा विछोड़ा जिहड़ा वो महसूस हो रहा है, क्योंकि वो एक महान विद्वान सन। वो एक दरवेश शख्सियत सी जिन्हें हमेशा सहज विच सादगी विच निमरता विच शांति दे नाल अपनी जीवन नूं गुरमत विच रंग के जीवन तोरिया। उन्हां दे जाण दे नाल अज बड़ा वड्डा खिलाफ पैदा होया और इस खिलाफ नूं पूरा करने वास्ते साडे वास्ते एक बहुत वड्डी मेहनत की लोड़ है। उन्हां दी हमेशा असीसां, उन्हां दी नसीहतां, उन्हां दी दित्ती हुई प्रेरणा, गुरमत का सिद्धांत, जो बाणी के ज्ञाता सन, जो व्याकरण के ज्ञाता सन, ये शख्सियत सानू अज बहुत बड़ा सदमा दे के गई है। मैं गुरु के चरणों च अरदास करती सच्चे पातशाह ये सदमे नूं सहन की ताकत सिख पंथ नूं बख्शिश करनी ते परिवार नूं पालण मंदी शक्ति मिलनी। वाहिगुरू जी का खालसा, वाहिगुरू जी की चढ़ के पहुंचण 24 तरीक ਨੂੰ ਸਾਰੀਆਂ ਸੰਗਤਾਂ ਹੋਮ ਹਮਾ ਕੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ। ਹੁਣ ਵੀ ਲੰਗਰ ਸਭ ਸੰਗਤਾਂ ਵਾਸਤੇ ਤਿਆਰ ਹਨ। ਅਲਾਣੀਆਂ ਦੇ ਪਾਠ ਵੀ ਗੁਰਦੁਆਰਾ ਸਾਹਿਬ ਵਿਖੇ ਹੋਏ ਨੇ। ਸੁਭਾ ਸੰਗਤਾਂ ਨੂੰ ਬੇਨਤੀ ਹੈ ਗੁਰੂ ਤੇ ਲੰਗਰ ਛਕ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਦਾਂਤੀ ਜੀ, ਜਿਨ੍ਹਾਂ ਨੇ 1964 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਰਤੀ ਹੋ ਕੇ ਗੁਰਦੁਆਰਾ ਪਿਵਲੀ ਸਾਹਿਬ ਜੀ ਤੋਂ ਗ੍ਰੰਥੀ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਸਨ। ਥੋੜ੍ਹੇ ਸਮੇਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਅਰਦਾਸੀਆ ਸਿੰਘ ਲਾ ਦਿੱਤਾ। ਲੰਮਾ ਸਮਾਂ ਸਿੰਘ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਅਰਦਾਸੀਏ ਦੇ ਤੌਰ 'ਤੇ ਸੇਵਾਵਾਂ ਨਿਭਾਈਆਂ ਔਰ 1999 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਦਾਂਤੀ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗ੍ਰੰਥੀ ਸਿੰਘ ਸਾਹਿਬ ਜੀ ਦੀ ਪਦਵੀ 'ਤੇ ਨਿਯੁਕਤ ਕੀਤਾ ਔਰ ਲੰਮਾ ਸਮਾਂ ਸਿੰਘ ਸਾਹਿਬ ਜੀ ਨੇ ਇਹ ਸੇਵਾਵਾਂ ਨਿਭਾਈਆਂ ਔਰ 2000 ਦੇ ਵਿੱਚ ਸਿੰਘ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨਿਯੁਕਤ ਹੋਏ। ਸਿੰਘ ਸਾਹਿਬ ਜੀ ਨੇ ਵੱਖ-ਵੱਖ ਅਹੁਦਿਆਂ ਦੇ ਉੱਤੇ ਰਹਿ ਕਰਕੇ ਬੜੀ ਇਮਾਨਦਾਰੀ ਦੇ ਨਾਲ, ਸਬਰ ਸੰਤੋਖ ਦੇ ਨਾਲ ਸੇਵਾਵਾਂ ਨਿਭਾਈਆਂ। ਸਿੰਘ ਸਾਹਿਬ ਜੀ ਸ਼ਨੀਚਰਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਬੇਟੀ ਰਾਤੀ ਬਾਹਰੋਂ ਆਈ ਹੈ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਵੀ ਮਾਣ ਸਤਿਕਾਰ ਦਿੰਦਿਆਂ ਗੁਰਦੁਆਰਾ ਸੰਗਰਾਣਾ ਸਾਹਿਬ ਜੀ ਦੀ ਜ਼ਮੀਨ ਵਿੱਚ ਸਿੰਘ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ ਔਰ 24 ਮਈ ਨੂੰ ਗੁਰਦੁਆਰਾ ਸੰਗਰਾਣਾ ਸਾਹਿਬ ਜੀ ਵਿਖੇ ਹੀ ਸਿੰਘ ਸਾਹਿਬ ਜੀ ਦੇ ਦੁਸਹਿਰੇ ਦੇ ਸਮਾਗਮ ਜਿਹੜੇ ਨੇ ਉਹ ਕੀਤੇ ਜਾਣਗੇ। ਘਰ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਉਪਰੰਤ 11 ਤੋਂ 2 ਵਜੇ ਤੱਕ ਗੁਰਦੁਆਰਾ ਸੰਗਰਾਣਾ ਸਾਹਿਬ ਜੀ ਵਿਖੇ ਸੋ ਕੀਰਤਨ, ਕਥਾ ਵਿਚਾਰ ਅਤੇ ਆਏ ਹੋਏ ਗੁਰਮੁਖ ਪਿਆਰੇ ਸਿੰਘ ਸਾਹਿਬ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मोरिंडा बाईपास से उस समय हाहाकार मच गई जदों रोपड़ तो पटियाले नूं जा रही एक तेज रफ्तार सवारियां नाल भरी बस ने सड़क ते पैंचर हुई जीप दा टायर बदल रहे ड्राइवर उत्ते जा चढ़ी। बस इन्नी तेज रफ्तार विच सी कि जीप नूं पिछों टक्कर मारदी हुई दूर तक फ्लाईओवर दी रेलिंग नाल खैंदी हुई काफ़ी दूर जाके रुकी। गनीमत ये कह रही है कि बस फ्लाईओवर तो नीचे नहीं डिगी। अगर बस फ्लाईओवर तो नीचे रेलवे ट्रक ते डिग जाती तो होर भी वड्डा हादसा हो सकता सी।
ਸਾਰੀਆਂ ਕੱਢ ਕੇ ਹਸਪੀਟਲ ਭੇਜੀਆਂ। ਗੱਡੀ ਵਾਲਾ ਦਾ ਕੋਈ ਕਸੂਰ ਨਹੀਂ, ਉਹ ਵਿਚਾਰਾ ਸਾਈਡ ਤੇ ਖੜਾ ਗਰੀਬ ਬੰਦਾ ਆਪਣਾ ਟਾਇਰ ਚੇਂਜ ਕਰਦਾ ਸੀ। ਬੱਸ ਵਾਲੇ ਦੀ ਸਪੀਡ ਘੱਟੋ ਘੱਟ 100-110 ਦੇ ਉੱਤੇ, ਜੋ ਕਿ ਸਵਾਰੀਆਂ ਦੀ ਬਾਲਡਿੰਗ ਹੈ। ਅਸੀਂ ਤਾਂ ਬੱਸ ਦੇ ਵਿੱਚ ਨਹੀਂ ਸੀ, ਸਵਾਰੀਆਂ ਦੀ ਬਾਲਡਿੰਗ 100-110 ਦੇ ਉੱਤੇ ਬੱਸ ਸੀਗੀ। ਸਾਰੇ ਬੰਦੇ ਦੱਬ ਗਏ। ਬੰਦੇ ਕਿੱਥੇ ਭੇਜੇ ਜੀ? ਬੰਦੇ ਸਰਕਾਰੀ ਹਸਪੀਟਲ, ਕੋਈ ਰਿਕਸ਼ੇ 'ਚ ਪਾ ਕੇ ਭੇਜਿਆ। ਸਾਡਾ ਪ੍ਰਸ਼ਾਸਨ ਇੰਨਾ ਵਧੀਆ ਵੀ 108 ਦੀ ਐਂਬੂਲੈਂਸ ਕੀਤੀ ਨੂੰ ਪੌਣਾ ਘੰਟਾ ਹੋ ਗਿਆ। ਪ੍ਰਸ਼ਾਸਨ ਸਾਡਾ ਇੰਨਾ ਵਧੀਆ ਵੀ ਕੋਈ ਬੰਦਾ ਰਿਕਸ਼ੇ 'ਚ ਭੇਜਿਆ, ਕੋਈ ਕਿਸੇ ਦੇ ਰੇੜੇ ਤੇ ਭੇਜਿਆ, ਕੋਈ ਕਿਸੇ ਦੀ ਗੱਡੀ 'ਚ ਪਾ ਕੇ। ਉਹਦਾ ਪੈਰ ਕੱਟਿਆ ਗਿਆ। ਕੀ ਨਾਂ ਜੀ ਆਪਣਾ? ਮੇਰਾ ਨਾਮ ਅਮਨਦੀਪ ਸਿੰਘ ਭੰਗੂ ਹੈ, ਮੈਂ ਲੋਕਲ ਮਰਿੰਡੇ ਦਾ ਹੀ ਵਾਸੀ ਹਾਂ। ਕਿਉਂ ਨਾ ਤੁਸੀਂ ਯਾਰ ਇਹ ਪੱਤਰਕਾਰ ਭਾਈ ਨੇ ਉਹ ਨਾ ਲਾਓ ਯਾਰ, ਮੇਰੇ ਪੈਰ ਨਾ ਲਾਓ ਯਾਰ, ਵਾਹਿਗੁਰੂ ਏ। ਇਹ ਨਾਂ ਕੀ ਹੈ ਤੁਹਾਡਾ? ਆਏ ਹੋਇਆ ਕਿਵੇਂ, ਮੈਨੂੰ ਤਾਂ ਦੱਸ ਦੋ ਯਾਰ। ਹਾਂ ਕੀ ਨਾਂ ਕੀ ਹੈ ਤੁਹਾਡਾ? ਵਾਹਿਗੁਰੂ ਸੱਚਾ ਪਾਤਸ਼ਾਹ ਕਿਉਂ ਕੀਤਾ ਮੇਰੇ ਨਾਲ? ਉਹ ਵਾਹਿਗੁਰੂ ਏ, ਵਾਹਿਗੁਰੂ ਏ। ਕੀ ਗੱਲ ਹੋਈ ਜੀ, ਕਿੱਦਾਂ ਹੋਇਆ ਐਕਸੀਡੈਂਟ? ਸਰ ਸਾਨੂੰ ਤਾਂ ਕੈਂਟੀਨ ਵਿੱਚ ਗਏ ਸੀ ਹੁਣ ਪਠਾਣੇ ਵਿੱਚ ਵੀ ਹਾਈਵੇ ਬ੍ਰਿਜ 'ਤੇ ਇੱਕ ਐਕਸੀਡੈਂਟ ਹੋ ਗਿਆ। ਆਪਾਂ ਹੁਣ ਮੌਕੇ 'ਤੇ ਆਏ। ਮੌਕੇ 'ਤੇ ਆਉਣ ਤੋਂ ਪਹਿਲਾਂ ਹੀ ਜਿਹੜਾ ਡਰਾਈਵਰ ਸੀਗਾ ਟਾਇਰ ਬਲਦਾ ਬਲੈਰੋ ਦਾ ਐਂਬੂਲੈਂਸ ਵਿੱਚ ਪਾ ਕੇ ਲੈ ਗਏ। ਪਤਾ ਤਾਂ ਇਹ ਲੱਗਿਆ ਵੀ ਜੀਪ ਦਾ ਜਿਹੜਾ ਟਾਇਰ ਪੈਂਚਰ ਹੋ ਗਿਆ, ਪੈਂਚਰ ਟਾਇਰ ਚੇਂਜ ਕਰ ਰਿਹਾ ਸੀ ਅਤੇ ਬੱਸ ਜਿਹੜੀ ਪਿੱਛੋਂ ਬਹੁਤ ਰਫ਼ਤਾਰ ਨਾਲ ਆਈ ਹੈ, ਜਿਹੜੀ ਇਹਨੂੰ ਜੀਪ ਨੂੰ ਫੇੜ ਮਾਰ ਕੇ ਉਹ ਡਿਵਾਈਡਰ ਨੂੰ ਕ੍ਰੋਸ ਕਰਕੇ ਦੂਜੀ ਸਾਈਡ ਜਾਵੇ। ਕੋਈ ਬੱਸ ਦੀਆਂ ਸਵਾਰੀਆਂ ਬੱਸ ਦੀ ਸਵਾਰੀ ਨੂੰ ਕੁਛ ਨਹੀਂ ਪਤਾ ਚੱਲਿਆ ਜੀ। ਇਹਨਾਂ ਦਾ ਜਿਹੜਾ ਡਰਾਈਵਰ ਸੀਗਾ ਉਹਨੂੰ ਸੱਟ ਲੱਗੀ ਲੱਤ ਤੇ ਸੱਟ ਲੱਗੀ, ਡਰਾਈਵਰ ਦਾ ਲੱਤ ਕਿਤੇ ਪੈਰ ਕੱਟ ਗਿਆ। ਬੱਸ ਦਾ ਡਰਾਈਵਰ ਮੌਕੇ ਤੇ ਭੱਜ ਗਿਆ। ਅੱਜ ਕੱਲ੍ਹ ਸਮਾਜਕ ਵਿੱਚ ਜ਼ਮੀਨੀ ਦੀ ਖਾਤਰ ਰਿਸ਼ਤਿਆਂ ਦਾ ਕਤਲ ਕਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਥਾਣੇਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਸਗੇ ਭਰਾ ਆਪਸ ਵਿੱਚ ਭਿੜ ਗਏ ਅਤੇ ਇੱਕ ਦੂਜੇ ਨੂੰ ਜ਼ਖਮੀ ਕਰ ਦਿੱਤਾ। ਵੱਡਾ ਭਰਾ ਸਿਕਿਉਰਿਟੀ ਗਾਰਡ ਹੈ ਅਤੇ ਛੋਟਾ ਭਰਾ ਪੰਜਾਬ ਪੁਲਿਸ ਵਿੱਚ ASI। ਵੱਡੇ ਭਰਾ ਰਜਿੰਦਰ ਦਾ ਕਹਿਣਾ ਹੈ ਕਿ ਛੋਟਾ ਮੁਲਾਜ਼ਮ ਹੋਣ ਕਰਕੇ ਉਸ ਦੀ ਜ਼ਮੀਨ ਹਰ ਪੜਾ ਚਾਹੁੰਦਾ ਹੈ ਅਤੇ ਛੋਟੇ ਦਾ ਕਹਿਣਾ ਹੈ ਕਿ ਇਸ ਨੂੰ ਕਿੱਲੇ ਦਿੱਤੇ ਹੋਏ ਹਨ ਅਤੇ ਇਹ ਪਿਤਾ ਤੋਂ ਹੋਰ ਜ਼ਮੀਨੀ ਲਿਖਵਾਉਣਾ ਚਾਹੁੰਦਾ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਜੀ ਮੇਰਾ ਬੰਦਾ ਪਹਿਲੀ ਆਪਣੇ ਨਾਂ ਕਰਾਉਣ ਵਾਲਾ ਕਹਿੰਦਾ ਆਪਣੇ ਪਿਓ ਨੂੰ, ਤੇ ਆਪਣੇ ਪਿਓ ਵੱਲ ਗਿਆ ਉਹਨਾਂ ਦੇ ਘਰ ਕਹਿਣ ਵਾਸਤੇ। ਮੇਰਾ ਸਹੁਰਾ ਮੇਰੇ ਦਿਓਰ ਦੇ ਘਰ ਹੀ ਰਹਿੰਦਾ, ਉਹਦੇ ਵਿੱਚ ਹੀ ਰਹਿੰਦਾ ਵਾ। ਤੇ ਜਦੋਂ ਮੇਰਾ ਆਦਮੀ ਉਹਨਾਂ ਦੇ ਘਰ ਗਿਆ ਕਹਿਣ ਵਾਸਤੇ, ਤਾਂ ਬੁੱਢਾ ਮੇਰਾ ਸਹੁਰਾ ਉਹ ਗਾਂਹ ਸਾਂਗ ਲੋਕ ਗਿਆ, ਅੰਦਰ ਲੁਕਾ ਲਿਆ ਉਹਨਾਂ ਨੇ। ਤਾਂ ਧਰਮਿੰਦਰ ਨੇ ਤੇ ਦੋਵੇਂ ਬਾਹਾਂ ਫੜ ਕੇ ਤੇ ਪਹਿਲਾਂ ਧੱਕਾ ਮਾਰਿਆ ਬਾਹਰ। ਇਹ ਬਾਹਰ ਆ ਗਿਆ ਤੇ ਮੈਨੂੰ ਇਹਨਾਂ ਇਹ ਘਰ ਆ ਕਹਿੰਦਾ ਵੀ ਮੈਨੂੰ ਮਾਰਿਆ ਇਹਨਾਂ ਨੇ। ਤੇ ਇਹ ਸਾਰਾ ਟੱਬਰ ਹੀ ਆ ਕੇ ਸਾਡੇ ਘਰ ਹੀ ਪੈ ਗਿਆ ਨਾ, ਬੜਾ ਮਾਰਿਆ ਸਾਨੂੰ ਸਾਰਿਆਂ ਜਣਿਆਂ ਨੂੰ। ਇਹਦਾ ਸਿਰ ਪਾੜ ਦਿੱਤਾ, ਲਹੂ ਲਹਾਨ ਕਰ ਦਿੱਤਾ। ਅਸੀਂ ਤੇ ਕਮਲੇ ਹੋ ਗਏ ਵੀ ਇਹਦਾ ਅੱਗੇ ਸਿਰ ਬਿਮਾਰ ਰਹਿੰਦਾ ਵਾ। ਧਰਮਿੰਦਰ ਤੁਹਾਡਾ ਕੀ ਲੱਗਦਾ ਵਾ? ਮੇਰਾ ਦਿਓਰ ਲੱਗਦਾ ਵਾ। ਕੀ ਕੰਮ ਕਰਦਾ? ਮੈਨੂੰ ਧਮਕੀਆਂ ਦਿੰਦਾ ਵਾ ਵੀ ਮੈਂ ASI ਆ, ਤੂੰ ਕੀ ਕਰ ਲੇਂਗੀ, ਜਾ ਜੋ ਕਰਨਾ ਕਰ ਲੈ, ਤੁਹਾਨੂੰ ਸਾਰੇ ਡੱਬਰ ਨੂੰ ਮਾਰਦਾ, ਮੇਰਾ ਕੁਛ ਨਹੀਂ ਵਿਗਾੜ ਸਕਦਾ ਤੁਸੀਂ। ਤੁਹਾਨੂੰ ਬਹੁਤ ਧਮਕੀਆਂ ਦਿੰਦਾ ਜੀ, ਬਹੁਤ ਪਰੇਸ਼ਾਨ ਕੀਤਾ ਤੁਹਾਨੂੰ। ਅਸੀਂ ਡਰਦੇ ਆ, ਬਾਪ ਨੇ ਹਵੇਲੀ ਵਿੱਚ ਵੀ ਜਾਂਦੇ ਤਾਂ ਅਸੀਂ ਉਹਨਾਂ ਕੋਲ ਡਰਨੇ ਆ, ਸਾਨੂੰ ਇੰਨਾ ਡਰਾਉਂਦਾ, ਗਲੀ ਵਿੱਚ ਵੀ ਨਿਕਲ ਦਿੰਦੇ ਇੰਨੇ ਪਰੇਸ਼ਾਨ। ਮੇਰਾ ਬੰਦਾ ਜਦੋਂ ਸ਼ਾਮ ਡਿਊਟੀ ਜਾਂਦਾ, ਮੈਂ ਆਪਣੇ ਕੁੰਡੀਆਂ ਮਾਰ ਕੇ ਆਪਣੇ ਅੰਦਰ ਰਹਿੰਦੀ, ਮੈਨੂੰ ਇੰਨੇ ਧਮਕੀਆਂ ਦਿੰਦਾ ਉਹ। ਤੁਹਾਡਾ ਬੰਦਾ ਕੀ ਕਰਦਾ? ਮੇਰਾ ਬੰਦਾ ਜੀ ਵਿਹਲਾ ਹੀ ਆ, ਮਾੜਾ-ਮੋਟਾ ਸਕਿਉਰਟੀ ਕੰਮ ਦਾ ਕਰਦਾ ਵਾ। ਕਰਕੇ ਮੈਂ ਬਹੁਤ ਪਰੇਸ਼ਾਨ ਆ, ਮੇਰੀ ਹੈਲਪ ਕੀਤੀ ਜਾਏ, ਮੈਂ ਬਹੁਤ ਪਰੇਸ਼ਾਨ ਆ ਜੀ। ਕਹਿੰਦਾ ਮੈਂ ਮੁਲਾਜ਼ਮ ਆ, ਮੈਂ ASI ਆ, ਮੈਂ ਤੁਹਾਨੂੰ ਸਾਰੇ ਡੱਬਰ ਨੂੰ ਮਾਰਦਾ, ਮੇਰਾ ਕੁਛ ਨਹੀਂ ਵਿਗਾੜ ਸਕਦਾ ਤੁਸੀਂ। ਤੇ ਮੇਰੇ ਸਹੁਰੇ ਦੀ ਅੱਧੀ ਪੈਲੀ ਉਹਨੇ, ਮੇਰੇ ਸਹੁਰੇ ਨੂੰ ਸ਼ਰਾਬ ਪਿਆ ਕੇ ਅੱਧੀ ਪੈਲੀ ਉਹਨੂੰ ਆਪਣੇ ਨਾਂ ਕਰਾ ਲਈ ਹੈ। ਤੇ ਧੋਖਾਧੜੀ ਉਹਨੇ ਕੀਤੀ ਸਾਡੇ ਨਾਲ। ਤੇ ਜਦੋਂ ਅਸੀਂ ਆਪਣੇ ਪਿਓ ਕੋਲ ਜੰਨੇ ਲੈਣ ਤਾਂ ਸਾਨੂੰ ਮਾਰਕਟਾਈ ਕਰਦਾ ਆ, ਤੁਹਾਨੂੰ ਜੀਣ ਨਹੀਂ ਦਿੰਦਾ। ਕਿੰਨੀ ਪੈਲੀ ਹੈ? ਪੈਲੀ 6.5 ਕਿੱਲੇ, 7 ਕਿੱਲੇ ਪੌਣੇ 7 ਕਿੱਲੇ ਪੈਲੀ ਆ। ਉਹਨਾਂ ਦੇ ਹਿੱਸੇ ਕਿੰਨੇ, ਤੁਹਾਡੇ ਹਿੱਸੇ ਕਿੰਨੇ ਹੋਣ? ਉਹਨਾਂ ਨੇ 3 ਕਿੱਲੇ ਤੇ ਖਰੇ ਕੁਛ ਲਵਾ ਲਈ ਆ, ਆਪਣੇ ਹਿੱਸੇ ਦੀ ਉਹਨਾਂ ਲਵਾ ਲਈ ਆ। ਤੇ ਜਦੋਂ ਅਸੀਂ ਆਪਣੇ ਪਿਓ ਕੋਲ ਲੈਣ ਜੰਨੇ ਆ ਤੇ ਪਿਓ ਨੂੰ ਲੁਕਾ ਦਿੰਦਾ ਤੇ ਸਾਡੇ ਹੱਥੀ ਪੈਂਦਾ ਵਾ। ਸਾਡੀ ਜ਼ਮੀਨ ਤੇ ਵੀ ਕਬਜ਼ਾ ਕਰਨਾ ਚਾਹੁੰਦਾ ਆ। ਤੇ ਜੇ ਉਹ ਪੈਲੀ ਉਹਨਾਂ ਧੱਕੇ ਨਾਲ ਪੈਲੀ ਵਾਲੀ, ਤੇ ਇਹਨਾਂ ਨੇ ਸਵੇਰੇ ਕਿਹਾ ਮੇਰੀ ਪੈਲੀ ਕਿਉਂ ਬਾਈ, ਮੇਰੇ ਹਿੱਸੇ ਦੀ ਕਿਉਂ ਬਾਈ ਆ। ਉੱਥੋਂ ਹੀ ਇਹਨਾਂ ਨੂੰ ਫੜ ਲਿਆ, ਇਹਨਾਂ ਨੂੰ ਮਾਰਿਆ, ਹੋਰ ਕੋਈ ਗੱਲ ਨਹੀਂ ਹੋਈ। ਇਹਨਾਂ ਨੇ ਤੇ ਉੱਥੋਂ ਫੜ ਕੇ ਮਾਰਿਆ, ਮਾਰਨਾ ਹੀ ਕਹਿੰਦਾ ਤੈਨੂੰ ਮਾਰ ਹੀ ਦੇਣਾ ਮੈਂ। ਜੀ ਪੌਣੇ 9 ਤਿਆਰ ਹੋਇਆ, ਡਿਊਟੀ 'ਚ ਤਿਆਰ ਹੋਇਆ ਸੀ ਤੇ ਭਰਾ ਘਰ ਆਇਆ, ਕਹਿੰਦਾ ਮੇਰੇ ਨਾਲ ਪੈਲੀ ਕਰਾ। ਮੈਂ ਪੈਲੀ ਭਾਪੇ ਦਾ ਨਾਂ ਆ, ਪਾਪਾ ਨਾ ਮੇਰਾ ਅੱਜ ਟਾਈਮ ਹੈ ਨਹੀਂ ਆ, ਤੇ ਕੱਲ੍ਹ ਤੇ ਨਾਲ ਜਾ ਕੇ ਤੇ ਕਰਾ ਦਾਂਗਾ 2 ਕਿੱਲੇ ਪੈਲੀ। ਇਹ ਤਿੰਨੇ ਘਰ ਆ ਗਏ ਤੇ ਮੇਰੇ ਹੱਥੀ ਪੈ ਗਏ। ਤੇ ਸਕੂਟੀ ਲੱਤ ਮਾਰੀ ਸਕੂਟੀ ਦੇ, ਫਿਰ ਇੱਕ ਟਾਲਾਂ ਪਈਆਂ ਉੱਥੇ ਸੜਕ ਦੀ ਇੱਟਾਂ ਲਾਉਣ ਵਾਲੀਆਂ, ਪੰਜੇ ਵਾਲੀ ਇੱਟ ਜਿਹੜੀ ਆ, ਇਹਨੇ ਇੱਟ ਫੜੀ ਵੱਲੋਂ ਇੱਟ ਮਾਰੀ ਨਹੀਂ ਇਹਨੇ ਫਿਰ ਤੇ ਮੇਰੇ ਸੜੀਆ ਲੈ ਕੇ ਤਾਂ ਮਾਰਿਆ ਇੱਥੇ। ਤੇ ਜਨਾਨੀ ਨੇ ਬਟਨ ਫੜ ਲਏ, ਮੁੰਡੇ ਨੇ ਫੜ ਲਏ, ਤਿੰਨੇ ਮੈਨੂੰ ਪੈ ਗਏ। ਤੇ ਮੁੰਡਾ ਮੇਰਾ ਛਡਾਉਣ ਆਇਆ, ਉਹਦੇ ਹੱਥੀ ਪੈ ਗਏ, ਘਰ ਦੇ ਵੀ ਹੱਥੀ ਪੈ ਗਏ।
ਤੇ ਅਸੀਂ ਮੁੜ ਕੇ ਪੁੱਜੇ ਤੇ ਵਰਦੀ ਬਟਨ ਤੋੜਤੇ ਸਾਰੇ ਹੀ ਤੇ ਘੋਲੋ ਘੋਲੀ ਹੋ ਗਏ। ਇਹ ਕਿੰਨੀ ਜ਼ਮੀਨ ਵਾ ਤੇ ਤੁਹਾਡਾ ਕੀ ਲੱਗਦਾ ਹੈ? ਇਹ ਮੇਰਾ ਸਗਾ ਭਰਾ ਵਾ ਜੀ। ਜ਼ਮੀਨ ਸਾਡੇ ਕੋਲ 6.5 ਕਿੱਲੇ ਆ ਜੀ। ਸਮਝ ਬਾਪੂ ਨੇ ਮੇਰੇ ਨਾਂ ਕਰਤੀ ਆ, 26 ਕਨਾਲਾਂ ਕਰ ਦਿੱਤੀ ਆ, ਬਾਕੀ ਭਾਪੇ ਨਾਂ ਹੀ ਆ। ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਸਫਾਈ ਸੇਵਕ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਨੇ, ਉੱਥੇ ਹੀ ਹੁਣ ਰੂਪਨਗਰ ਦੇ ਸਫਾਈ ਸੇਵਕ ਅਤੇ ਨਗਰ ਕੌਂਸਲ ਮੁਲਾਜ਼ਮ ਵੀ ਕੰਮਕਾਜ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠ ਗਏ ਨੇ, ਜਿਸ ਦੇ ਕਾਰਨ ਹੁਣ ਰੂਪਨਗਰ ਸ਼ਹਿਰ ਦੀ ਸਫਾਈ ਆਦਿ ਦੇ ਕੰਮ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਹੜਤਾਲ ਤੇ ਬੈਠੇ ਸਫਾਈ ਸੇਵਕਾਂ ਤੇ ਨਗਰ ਕੌਂਸਲ ਤੇ ਮੁਲਾਜ਼ਮਾਂ ਵੱਲੋਂ ਸਾਢੇ 4 ਸਾਲ ਦੀ ਕਾਰਗੁਜ਼ਾਰੀ ਨੂੰ ਭਾਈ ਸਾਹਿਬ ਅਸੀਂ ਦੇਖਿਆ ਜਾਵੇ ਵੀ 0% ਤੋਂ ਵੀ 0% ਕਾਰਗੁਜ਼ਾਰੀ ਰਹੀ ਹੈ ਕੈਪਟਨ ਸਰਕਾਰ ਦੀ। ਕੈਪਟਨ ਸਰਕਾਰ ਵੱਲੋਂ ਹਰ ਘਰ ਦੇ ਵਿੱਚ ਨੌਕਰੀ ਦੇਣਾ, ਮੁਲਾਜ਼ਮਾਂ ਦੀ ਹਰ ਇੱਕ ਮੰਗਾਂ ਨੂੰ ਪੂਰੀਆਂ ਕਰਨਾ। ਸਾਡੀਆਂ 13-14 ਮੰਗਾਂ ਹੈ, ਜਿਹੜੀਆਂ ਵੀ 13-14 ਮੰਗਾਂ ਦੇ ਵਿੱਚੋਂ ਮੇਨ ਮੰਗਾਂ ਜਿਹੜੀਆਂ ਸਾਡੀਆਂ ਕੁਝ ਹੈਗੀਆਂ ਹੈ, ਜਿਹਦੇ ਵਿੱਚ ਕਹਿ ਲਓ ਵੀ ਸਾਡੇ ਜਿਹੜੇ ਕੱਚੇ ਕਾਮੇ ਆ, ਪੰਪ ਆਪਰੇਟਰ ਆ, ਕਲਰਕ ਆ, ਸਫਾਈ ਸੇਵਕ ਆ, ਬਿਜਲੀ ਵਾਲੇ ਆ, ਮਾਲੀ ਭਰਾ ਹੈ ਸਾਡੇ, ਉਹਨਾਂ ਨੂੰ ਹੁਣ ਤੱਕ ਪੱਕਾ ਹੀ ਨਹੀਂ ਕਰਿਆ। 15-15 ਸਾਲ ਹੋ ਗਏ ਉਹਨਾਂ ਜੀ ਕੰਮ ਕਰਦਿਆਂ ਨੂੰ। ਸਿਰਫ 7000 ਦੀ ਨੌਕਰੀ ਦੇ ਵਿੱਚ ਦੱਸੋ ਉਹ ਆਪਣੇ ਘਰ ਦਾ ਕਿੱਦਾਂ ਆਪਣੇ ਬੱਚਿਆਂ ਨੂੰ ਪਾਲਣਗੇ, ਕਿੱਦਾਂ ਬੱਚਿਆਂ ਦੀ ਪੜ੍ਹਾਈ ਲਿਖਾਈ, ਕਿੱਦਾਂ ਬੱਚਿਆਂ ਨੂੰ ਆਪਣੇ ਨੂੰ ਪਾਲਣ ਪੋਸ਼ਣ ਕਰਨਗੇ ਜੀ। ਹਾਂਜੀ ਸਰ, ਕੀ ਨਾਮ ਹੈ ਜੀ? ਦੀਪਕ ਕੁਮਾਰ। ਸਰ, ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਹੜਤਾਲ ਕੀਤੀ ਗਈ ਹੈ ਤੇ ਦਫ਼ਤਰੀ ਕਿਹੜੇ ਕੰਮ ਬੰਦ ਕੀਤੇ ਗਏ? ਮੁੱਖ ਮੰਗਾਂ ਹੈਗੀਆਂ ਸਾਡੀਆਂ, ਇੱਕ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਬੀਟਾਂ ਦਾ ਕੰਮ ਹੈ, ਆਪਣਾ ਸੀਵਰਮੈਨਾਂ ਦੇ ਜਿਹੜੇ ਹੈਗੇ ਆ ਇੰਪਰੂਵਮੈਂਟ ਉਹਨਾਂ ਨੂੰ ਪੂਰੇ ਕਰਨਾ ਪ੍ਰੋਪਰ, ਠੀਕ ਹੈ ਜੀ। ਤੇ ਡੀਏ ਦੀ ਕਿਸ਼ਤ ਦਾ ਹੈ। ਸਾਡੀਆਂ 13 ਕੁੱਲ ਮੰਗਾਂ ਹੈ। ਤੇ ਹੁਣ ਹੜਤਾਲ ਦੌਰਾਨ ਦਫ਼ਤਰ ਦੇ ਕਿਹੜੇ ਕੰਮ ਪ੍ਰਭਾਵਿਤ ਹੋ ਰਹੇ ਜੀ? ਹੜਤਾਲ ਦਫ਼ਤਰ ਦੇ ਸਾਰੇ ਤਕਰੀਬਨ ਕੰਮ ਪ੍ਰਭਾਵਿਤ ਹੋਣਗੇ। ਸ਼ਹਿਰ ਦੀ ਲਾਈਟ ਦਾ, ਸਟਰੀਟ ਲਾਈਟ ਦਾ ਕੰਮ ਪ੍ਰਭਾਵਿਤ ਹੋਏਗਾ, ਸੀਵਰ ਦਾ ਕੰਮ ਪ੍ਰਭਾਵਿਤ ਹੋਏਗਾ, ਸਫਾਈ ਦਾ ਕੰਮ ਪ੍ਰਭਾਵਿਤ ਹੋਏਗਾ। ਜਿਹੜਾ ਵੀ ਦਫ਼ਤਰ ਦਾ ਜੋ ਵੀ ਆਪਣਾ ਸ਼ਹਿਰ ਵਾਸੀਆਂ ਨੂੰ ਕੋਈ ਚੀਜ਼ ਦੀ ਵੀ ਆਪਣਾ ਪਾਣੀ ਸੀਵਰ ਦਾ ਬਿੱਲ ਹੁੰਦਾ, ਪ੍ਰੋਪਰਟੀ ਟੈਕਸ ਹੈਗਾ, ਕੋਈ ਵੀ ਜਨਮ ਮੌਤ ਦਾ ਹੈਗਾ, ਇਹ ਚੀਜ਼ਾਂ ਪ੍ਰਭਾਵਿਤ ਹੋਣਗੀਆਂ। ਬੀਤੇ 2 ਦਿਨ ਪਹਿਲਾਂ ਬਟਾਲਾ ਵਿਖੇ 13-14 ਨਿਹੰਗਾਂ ਵੱਲੋਂ ਨਰਿੰਦਰ ਸਿੰਘ ਮਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਇਸ ਹਸਪਤਾਲ ਜਾ ਕੇ ਨਰਿੰਦਰ ਸਿੰਘ ਮਾਨ ਸ਼ਹੀਦ ਹੋ ਜਾਂਦੇ ਹਨ। ਪਰ ਜਿਸ ਨਿਹੰਗ ਆਗੂ ਉੱਤੇ ਆਰੋਪ ਲੱਗੇ ਸੀ, ਅੱਜ ਉਸਨੇ SSP ਦਫ਼ਤਰ ਬਟਾਲਾ ਵਿਖੇ ਆਤਮ ਪ੍ਰਮਾਣ ਕਰ ਦਿੱਤਾ ਅਤੇ ਦੂਜੇ ਪਾਸੇ ਆਪਣੇ ਉੱਤੇ ਲੱਗੇ ਸਾਰੇ ਆਰੋਪਾਂ ਨੂੰ ਨਕਾਰਿਆ। ਆਪਣੇ ਕੁਝ ਦਿਨ ਪਹਿਲਾਂ ਨਿਹੰਗ ਸੀ ਨਰਿੰਦਰ ਸਿੰਘ ਮਾਨ, ਉਹਨੂੰ ਉਦੋਂ ਬੰਦੇ ਕੁੱਟ ਕੇ ਗਏ ਸੀ ਤੇ ਉਹਦੀ ਡੈਥ ਹੋ ਗਈ, ਤਰ੍ਹਾਂ ਨੇ ਸੱਟਾਂ ਲੱਗਣ ਨਾਲ। ਉਹਦੇ ਵਿੱਚ 2 ਬੰਦੇ ਨਾਮਜ਼ਦ ਹੋਏ ਸੀ, ਬਾਈ ਨੇਮ ਮੇਜਰ ਸਿੰਘ ਤੇ ਸਾਹਿਬ ਸਿੰਘ, ਤੇ ਬਾਕੀ ਜਿਹੜੇ ਨਾਲ ਅਣਪਛਾਤੇ ਸੀ। ਉਹਦੇ ਸੰਬੰਧੀ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਧਰਾਂ ਨੇ ਉਹਦੀ ਡੈਥ ਹੋ ਗਈ। ਉਸ ਤੋਂ ਬਾਅਦ ਮੁਕੱਦਮਾ ਦਰਜ ਕਰਨ ਬਾਅਦ ਅਸੀਂ ਤਫਤੀਸ਼ ਕਰ ਰਹੇ ਹਾਂ, ਬਾਕੀ ਮੁਲਜ਼ਮ ਜਿਹੜੇ ਹੈਗੇ ਉਹ ਗ੍ਰਿਫਤਾਰ ਕਰ ਰਹੇ ਹਾਂ। ਤੇ ਅੱਜ ਆਤਮ ਸਮਰਪਣ ਕਰਨਾ ਹੈ? ਆਏ ਤਾਂ ਆਤਮ ਸਮਰਪਣ ਦੇ ਹਿਸਾਬ ਨਾਲ ਹੀ ਹੈ ਜੀ, ਇੱਥੇ ਜੇ ਦਫ਼ਤਰ ਆਏ ਤੇ ਇਹ ਜਿਹੜੀ ਆਡੀਓ ਵਾਇਰਲ ਹੋਈ ਸੀ, ਇਹਨਾਂ ਦੇ ਬਾਬੇ ਨਰਿੰਦਰ ਜੀ ਤੇ ਇਹਨਾਂ ਦੀ ਆਪਸ ਦੀ ਬਹਿਸਬਾਜ਼ੀ ਨਸ਼ੇ ਵਾਲੀ ਹੋਈ ਸੀ ਕੋਈ? ਉਹਦੇ ਬਾਰੇ ਤਾਂ ਮੈਂ ਜਸਟੀਫਾਈ ਕੋਈ ਕਰ ਨਹੀਂ ਨਾ ਸਕਦਾ, ਕਿਉਂਕਿ ਉਹ ਬੋਲਣ 'ਚ ਤੇ ਉਹ ਕਹਿੰਦੇ ਵੀ ਮੇਜਰ ਸਿੰਘ ਦੀ ਆ, ਮੇਜਰ ਸਿੰਘ ਦੀ ਤੇ ਨਰਿੰਦਰ ਸਿੰਘ ਦੀ ਆ, ਪਰ ਉਹਦੇ ਬਾਰੇ ਅਸੀਂ ਜਸਟੀਫਾਈ ਨਹੀਂ ਨਾ ਕਰ ਸਕਦੇ ਜਿੰਨਾ ਚਿਰ ਉਹਨੂੰ ਚੈੱਕ ਨਹੀਂ ਕਰਾਉਂਦੇ ਆਪਾਂ। ਤਫਤੀਸ਼ ਚ ਜਿਹੜੇ ਬਾਕੀ ਰਹਿੰਦੇ ਲੋਕ ਦੇ ਪਰਚੇ ਦੇ ਵਿੱਚ ਉਹ ਵੀ ਹੋਣਗੇ ਗ੍ਰਿਫਤਾਰ ਜੀ। ਥੈਂਕ ਯੂ। ਇੱਕ ਹਫ਼ਤਾ ਪਹਿਲਾਂ ਚੁੰਗੀ ਚੌਂਪੜੀ ਵਿੱਚ ਰਹਿੰਦੇ ਗਰੀਬ ਪਰਿਵਾਰ ਦੀ ਇੱਕ ਗਰਭਵਤੀ ਮਹਿਲਾ ਤੇ ਕੰਧ ਟੱਪਣ ਕਾਰਨ ਨਵਜਾਤ ਬੱਚਿਆਂ ਦੀ ਮੌਤ ਹੋ ਗਈ ਸੀ। ਜਦੋਂ ਗਰਭਵਤੀ ਨੂੰ ਤਾਲਾ ਲੱਗੀ ਗੇਟ ਤੋਂ ਬਾਅਦ ਕੰਧ ਨੂੰ ਟਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਉਸ ਦੀ ਡਿਲੀਵਰੀ ਹੋ ਗਈ, ਜਿਸ ਦੌਰਾਨ ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਦੂਸਰੇ ਦੀ 3-4 ਦਿਨਾਂ ਤੋਂ ਬਾਅਦ ਮੌਤ ਹੋ ਗਈ ਸੀ। ਪਰੰਤੂ ਇਸ ਤੋਂ ਬਾਅਦ ਵੀ ਰੂਪਨਗਰ ਪ੍ਰਸ਼ਾਸਨ ਵੱਲੋਂ ਸਰਕਾਰੀ ਪਸ਼ੂ ਡਿਸਪੈਂਸਰੀ ਤੋਂ ਗਰੀਬਾਂ ਨੂੰ ਰਸਤਾ ਮੁਹੱਈਆ ਨਹੀਂ ਕਰਾਇਆ ਗਿਆ, ਜਿਸ ਦੇ ਚਲਦੇ ਇਹਨਾਂ ਗਰੀਬਾਂ ਨੂੰ ਵੱਡੀਆਂ ਸਮੱਸਿਆ ਨਾਲ ਝੁੰਝਣਾ ਪੈ ਰਿਹਾ ਹੈ ਅਤੇ ਹੁਣ ਵੀ ਇਹਨਾਂ ਗਰੀਬਾਂ ਪਰਿਵਾਰਾਂ ਨੂੰ 5 ਗਰਭਵਤੀ ਮਹਿਲਾਵਾਂ ਹਨ, ਜਿਨ੍ਹਾਂ ਨੂੰ ਹਸਪਤਾਲ ਜਾਣ ਆਉਣ ਤੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਹਨਾਂ ਗਰੀਬਾਂ ਦੀ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਤਾਂ ਭਾਰਤੀ ਕਿਸਾਨ ਯੂਨੀਅਨ ਕੈਦੀਆਂ ਦੇ ਵੱਲੋਂ ਇਹਨਾਂ ਗਰੀਬਾਂ ਦਾ ਸਾਥ ਦਿੰਦੇ ਹੋਏ रूपनगर प्रशासन के खिलाफ रोष प्रदर्शन किया गया। क्या नाम है आपका? सुनीता। है? सुनीता। आज धरना लगाया, किस लिए आए हो वहाँ? गेट खुलाने। है? गेट खुला। क्या घटना हुई थी हफ्ता पहले आपके साथ? मेरे साथ घटना हुई थी,
बच्चे हुआ था, पेट दुखने लगा, अस्पताल में जाने लगे तो एक बच्चे थल्ले गिर गए। गेट बंद था, गेट अपने लगे तो एक बच्चे थल्ले गिर गए, एक बच्चे ने कैच कर लिया, एक बच्चे को वहीं मत हो गए, एक बच्चे फिर दूसरे एतवार को मरे। तो उसके बाद भी सरकार ने कोई रास्ता नहीं दिया? कोई रास्ता नहीं दिया। ਹਾਂਜੀ, ਤੁਸੀਂ ਅੱਜ ਜਿਹੜਾ ਹੈਗਾ ਧਰਨਾ ਲਗਾਉਣ ਦੀ ਗੱਲ ਕੀਤੀ ਸੀ ਤੇ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ, ਹੁਣ ਕੀ ਗੱਲਬਾਤ ਨਿਬੜੀ ਹੈ ਰਸਤੇ ਨੂੰ ਲੈ ਕੇ? ਸਰ, ਸਭ ਤੋਂ ਪਹਿਲੇ ਮੈਂ ਦੱਸਣਾ ਚਾਹੁੰਦਾ ਕਿ ਉਰੇ ਪੁਲਿਸ ਪ੍ਰਸ਼ਾਸਨ ਤੋਂ ਡੀਐਸਪੀ ਸਾਹਿਬ ਆਏ, ਐਸਡੀਐਮ ਸਾਹਿਬ ਆਏ। ਐਸਡੀਐਮ ਸਾਹਿਬ ਨੇ ਪਹਿਲੇ ਤਾਂ ਉਰੇ ਬਿਆਨ ਦਿੱਤਾ ਸੀ ਕਿ ਇਹ ਗੇਟ ਜਿਹੜਾ ਛੋਟਾ ਹੈ ਖੋਲ੍ਹਿਆ ਜਾਊਗਾ ਜਦੋਂ ਤੱਕ ਕੋਈ ਹੋਰ ਰਸਤੇ ਦਾ ਨਿਰਮਾਣ ਨਹੀਂ ਕਰਿਆ ਜਾਂਦਾ। ਪਰ ਪਤਾ ਨਹੀਂ ਅਚਾਨਕ 5 ਮਿੰਟ ਦੇ ਅੰਦਰ ਯੂ ਟਰਨ ਆਇਆ। ਉਹ ਕਹਿੰਦੇ ਨੇ ਕਿ ਵੱਡਾ 5 ਵਜੇ ਤੱਕ ਗੇਟ ਖੁੱਲ੍ਹਾ ਹੈ। ਉਸ ਦੌਰਾਨ ਅਸੀਂ ਤੁਹਾਨੂੰ ਗੱਲਬਾਤ ਅੱਗੇ ਪ੍ਰਸ਼ਾਸਨ ਨਾਲ ਕਰਕੇ ਅੱਗੇ ਦੀ ਅਪਡੇਟ ਦੱਸਾਂਗੇ। ਅੱਜ ਸ਼ਾਮ ਤੱਕ ਤੁਹਾਨੂੰ ਰਸਤਾ ਖੋਲ੍ਹ ਦਿੱਤਾ ਜਾਊਗਾ। ਪਰ ਜਦੋਂ ਹੁਣ ਤੋਂ 15 ਮਿੰਟ ਪਹਿਲੇ ਐਸਡੀਐਮ ਸਾਹਿਬ ਕਹਿ ਚੁੱਕੇ ਸੀ ਕਿ ਛੋਟਾ ਗੇਟ ਖੋਲ੍ਹਿਆ ਜਾਊਗਾ, ਪਰ ਅਚਾਨਕ ਯੂ ਟਰਨ ਆਇਆ ਕਿ ਉਹ ਗੇਟ 5 ਵਜੇ ਤੋਂ ਬਾਅਦ ਖੋਲ੍ਹਿਆ ਜਾਊਗਾ। ਉਦੋਂ ਤੱਕ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਆਪਣੀ ਗੱਲਬਾਤ ਕਰਾਂਗੇ। ਇਹ ਮੈਨੂੰ ਸਮਝ ਨਹੀਂ ਆਈ ਕਿ ਇਹ ਯੂ ਟਰਨ ਕਿਉਂ ਆਇਆ। 5 ਮਿੰਟ ਪਹਿਲੇ ਕੁਝ ਕਿਹਾ ਗਿਆ ਕਿ ਖੋਲਾਂਗੇ, 5 ਮਿੰਟ ਬਾਅਦ ਕਿਹਾ ਗਿਆ ਕਿ ਨਹੀਂ 5 ਵਜੇ ਤੱਕ ਵੱਡਾ ਗੇਟ ਖੁੱਲ੍ਹਾ। ਉਸ ਦੌਰਾਨ ਅਸੀਂ ਗੱਲਬਾਤ ਕਰਕੇ ਅਗਲੀ ਕੋਈ ਤੁਹਾਨੂੰ ਅਪਡੇਟ ਦੇਵਾਂਗੇ। ਸੋ ਅਸੀਂ ਹੁਣ ਸਾਡੇ ਪ੍ਰਧਾਨ ਸਾਹਿਬ ਖੜ੍ਹੇ ਆ, ਸਾਡੀਆਂ ਜਥੇਬੰਦੀਆਂ ਖੜ੍ਹੀਆਂ। ਅਸੀਂ ਇਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਅਸੀਂ ਹੁਣ ਆਪਣੀ ਆਪਸ 'ਚ ਸਲਾਹ ਮਸ਼ਵਰਾ ਕਰਾਂਗੇ, ਸ਼ਾਇਦ ਸਾਨੂੰ ਰੋਡ ਜਾਮ ਕਰਨਾ ਹੀ ਪਊਗਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ, ਜੋ 10 ਦਿਨ ਪਹਿਲਾਂ ਅਸੀਂ ਇਹ ਖਬਰ ਲਾਈ ਸੀ ਕਿ ਗਰੀਬਾਂ ਦਾ ਰਾਹ ਬੰਦ ਕਰ ਦਿੱਤਾ ਗਿਆ, ਪਰ ਅੱਜ ਜਦ ਇਕੱਠ ਸਾਡਾ ਸੀਗਾ ਵੀ ਅਸੀਂ ਜਿੱਥੇ ਮੋੜ ਤੇ ਧਰਨਾ ਲਾਣਾ ਸੀ, ਪੁਲਿਸ ਪ੍ਰਸ਼ਾਸਨ ਪਹਿਲਾਂ ਹੀ ਸਾਡੇ ਕੋਲ ਆ ਗਿਆ, ਸਾਨੂੰ ਧਰਨਾ ਨਹੀਂ ਲਾਉਣ ਦਿੱਤਾ। ਪਰ ਉਹ ਸਾਡੇ ਨਾਲ ਕੋਆਪਰੇਟ ਕਰਕੇ ਗਏ ਨੇ ਵੀ 1 ਘੰਟੇ ਤੱਕ ਐਸਡੀਐਮ ਸਾਹਿਬ ਆਉਣਗੇ, ਤੁਹਾਡਾ ਮੰਗ ਪੱਤਰ ਲਿੱਤਾ ਜਾਊਗਾ ਤੇ ਇਹਨਾਂ ਨੂੰ ਰਾਹ ਦਿੱਤਾ ਜਾਊਗਾ, ਕੋਈ ਨਾ ਕੋਈ ਜ਼ਰੂਰ ਹੱਲ ਕੱਢਾਂਗੇ। ਪਰ ਮੈਂ ਇੱਕ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ, ਜੇ ਅੱਜ ਗਰੀਬ ਦੀ ਇੱਜ਼ਤ ਨਹੀਂ ਹੈ, ਅਮੀਰਾਂ ਦੀ, ਜੇ ਕਿਸੇ ਅਮੀਰ ਦਾ ਬੱਚਾ ਮਰਦਾ ਤਾਂ ਅੱਜ ਇਹ ਪ੍ਰਸ਼ਾਸਨ ਇਸੇ ਵਾਰਤਾਲਾਪ ਨੂੰ 10 ਦਿਨ ਲਾ ਦਿੰਦਾ। ਪਰ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਇਹ ਨਾਕਾਮੀ ਰਹੀ ਹੈ। ਜੇ ਅੱਜ ਗਰੀਬ ਦਾ ਬੱਚਾ ਮਰਿਆ ਹੈ ਤਾਂ ਅਸੀਂ ਸਮਾਜ ਸੇਵੀ, ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਇੱਥੇ ਬੁਲਾਇਆ, ਅਸੀਂ ਇਹਨਾਂ ਨਾਲ ਖੜੇ ਹਾਂ, ਹਮੇਸ਼ਾ ਖੜੇ ਰਹਾਂਗੇ ਜਦ ਤੱਕ ਇਹਨਾਂ ਨੂੰ ਰਾਹ ਨਹੀਂ ਮਿਲਦਾ, ਇਸ ਲਈ ਅਸੀਂ ਇੱਥੇ ਖੜੇ ਰਹਾਂਗੇ। ਇਹਨਾਂ ਦੇ ਰਸਤੇ ਦੀ ਸਮੱਸਿਆ ਸੀਗੀ, 2 ਬੱਚਿਆਂ ਦੀ ਡੈਥ ਵੀ ਹੋ ਚੁੱਕੀ ਹੈ ਰਸਤੇ ਦੇ ਕਾਰਨ, ਕਿਵੇਂ ਦਾ ਹੱਲ ਕੀਤਾ ਜਾ ਰਿਹਾ ਜੀ? ਹੱਲ ਜਿਹੜਾ ਛੋਟਾ ਗੇਟ ਹੈਗਾ ਉਹਨੂੰ ਜੋ ਪੱਕਾ ਵੈਲਡਿੰਗ ਕਰਕੇ ਬੰਦ ਕੀਤਾ ਹੋਇਆ ਸੀ। ਮੈਂ ਡਾਕਟਰ ਦੇ ਨਾਲ ਗੱਲ ਹੋ ਗਈ ਹੈ, ਡਿਪਟੀ ਡਾਇਰੈਕਟਰ ਵੈਟਰਨਰੀ ਨੇ ਡਾਕਟਰ ਰਣਧੀਰ, ਉਹਨਾਂ ਨਾਲ ਗੱਲ ਹੋ ਗਈ ਆ। ਇਹ ਅੱਜ ਅਸੀਂ ਛੋਟਾ ਗੇਟ ਜਿਹੜਾ ਸ਼ਾਮ ਨੂੰ ਖੁੱਲ੍ਹਿਆ ਕਰੂਗਾ ਤੇ ਦਿਨੇ ਜਿਹੜਾ ਹੈਗਾ ਉਹ ਵੱਡਾ ਗੇਟ ਦੇਖੋ ਓਪਨ ਹੀ ਹੁੰਦਾ। ਗੱਲ ਇਹ ਸ਼ਾਮ ਨੂੰ ਪ੍ਰੋਬਲਮ ਆਉਣ ਦੀ, ਉਹ ਅਸੀਂ ਗੱਲ ਹੋ ਗਈ ਹੈ, ਬਾਅਦ ਦੇ ਵਿੱਚ ਬੈਠ ਕੇ ਅਸੀਂ ਕੋਈ ਪੱਕਾ ਫੈਸਲਾ ਲਵਾਂਗੇ। ਫਿਲਹਾਲ ਅਸੀਂ ਇਹਨੂੰ ਖੋਲ੍ਹਣ ਜਾ ਰਹੇ ਹਾਂ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 26 ਮਈ ਨੂੰ ਕਿਸਾਨਾਂ ਨੂੰ ਅੰਦੋਲਨ ਕਰਦਿਆਂ ਨੂੰ 6 ਮਹੀਨੇ ਦਾ ਸਮਾਂ ਹੋ ਜਾਵੇਗਾ ਅਤੇ ਮੋਦੀ ਸਰਕਾਰ ਨੂੰ ਵੀ 26 ਮਈ ਨੂੰ ਸੱਤਾ ਵਿੱਚ ਆਈ ਨੂੰ 7 ਸਾਲ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਗੱਲਬਾਤ ਵੀ ਬੰਦ ਕਰ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਸਾਰਿਆਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 26 ਮਈ ਆਪਣੇ ਆਪਣੇ ਘਰਾਂ ਵਿੱਚ ਆਪਣੇ ਵਹੀਕਲਾਂ ਦੇ ਕਾਲੇ ਝੰਡੇ ਲਗਾ ਕੇ ਆਪਣੇ ਵਿਰੁੱਧ ਦਰਜ ਕੀਤਾ ਜਾਵੇ ਅਤੇ ਮੋਦੀ ਸਰਕਾਰ ਦੇ ਪੁਤਲੇ ਵੀ ਫੂਕੇ ਜਾਣ। प्यारे देशवासियों और किसान भाइयों बहनों, किसानों को दिल्ली के बॉर्डर्स पे आंदोलन करते हुए 26 मई को 6 महीने होने वाले हैं और इसी तरह नरेंद्र मोदी जी को प्रधानमंत्री बने हुए 26 मई को 7 साल होने वाले हैं। सरकार किसानों की मांगों पे टच से मस नहीं हो रही और सरकार ने जानबूझकर बातचीत का रास्ता बंद कर रखा है। इसलिए संयुक्त किसान मोर्चा ने तय किया है कि 26 मई के दिन जब इस आंदोलन को 6 महीने होने वाले हैं, उस दिन सारे देश में हर शहरी, किसान, मजदूर, कारखानेदार, दुकानदार, हर काम करने वाला अपने घर पे, अपने व्हीकल्स पे, जो भी उसके पास साधन है, सबके ऊपर काले झंडे लगा के प्रोटेस्ट दर्ज करवाएंगे और 12 बजे से पहले पहले हर मोहल्ले में और हर गांव में इकट्ठे होके मोदी जी का पुतला फूंका जाएगा ताकि उनको मजबूर किया जा सके नेगोशिएटिंग टेबल पे आने के लिए। और इसी तरह इस बात का बहुत दुख हुआ जो कल हरियाणा के मुख्यमंत्री श्री खट्टर जी
जानबूझकर मूवमेंट को गलत रंग देने के लिए हिसार पहुंचे और किसानों के ऊपर बहुत ज़बरदस्त लाठीचार्ज किया गया, टीयर गैस छोड़ी गई, बहुत से किसान घायल हुए और बहुत से किसानों को गिरफ्तार कर लिया गया। जब किसानों ने सारे हरियाणा में, यूपी में हर जगह पे विरोध दर्ज करवाया, जगह जगह पे ट्रैफिक जाम कर दिए, तो सरकार को झुकना पड़ा और सभी किसान जो गिरफ्तार किए थे उन सबको रिहा करना पड़ा। तो हम सरकार की ऐसे एक्शन की घोर निंदा करते हैं और किसानों को समझना चाहिए कि सरकार हर तरह से, ख़ास तौर पे हरियाणा में चाहती है कि इसमें मूवमेंट में वायलेंस आए और इसलिए जानबूझ के बार बार आके छेड़छाड़ किसानों के साथ करती है। तो मैं खट्टर सरकार की घोर निंदा करता हूं और किसान भाइयों को आगाह करता हूं कि वो इस मूवमेंट को पीसफुल रख के आगे बढ़े और आगे अगर फिर दोबारा कोई कोशिश की खट्टर सरकार ने या मोदी सरकार ने किसानों को छेड़छाड़ करने की, तो मैं चेतावनी देता हूं, इसके नतीजे भुगतने पड़ेंगे। और मुझे एक और दुखद खबर देनी पड़ रही है। श्री सरदार भगत सिंह शहीद आजम, उनके भतीजे श्री अभय संधू जी का निधन हो गया है। हमें उसका बहुत अफसोस है। हम अरदास करते हैं परमात्मा के चरणों में कि उनकी आत्मा को अपने चरणों में निवास दे और परिवार को और हम सबको इस दुख को सहन करने की ताकत बख्शे। धन्यवाद। कोरोना महामारी के चलते पंजाब सरकार वालों लगातार लॉकडाउन लगाया गया, जिस करके कामकाज बंद होने करके आम जनता नूं आर्थिक मंदी की समस्या के नाल झुंझना पै रहा है। परंतु माइनिंग माफिया लॉकडाउन का फायदा लगातार उपजाऊ जमीन ते नजायज माइनिंग करन वाला माल हो रहा है। माइनिंग माफिया का लालच इस कदर वध चुका है कि बिजली के खंभियां की होद तक खतरे विच पै जाती है, जिस कारण किसी भी समय वड्डा हादसा होने नाल जानी माली नुकसान हो सकता है। सर, ਜਿਹੜੀ ਪਿੰਡਾਂ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਕੀ ਕੁਝ ਨੁਕਸਾਨ ਹੋ ਸਕਦਾ ਉੱਥੇ, ਕਿਸ ਤਰ੍ਹਾਂ ਦੇ ਹਾਲਾਤ ਨੇ ਜੀ? ਜੇ ਆਪਾਂ ਗੱਲ ਕਰੀਏ ਮਾਈਨਿੰਗ ਦੀ, ਆਪਣਾ ਮਾਜਰੀ ਜੱਟਾਂ ਤੋਂ ਸ਼ੁਰੂ ਹੋ ਕੇ ਭਗਾਲਾ ਵਗੈਰਾ, ਮਾਜਰੀ ਤੇ ਅੱਗੇ ਜਾ ਕੇ ਫਤਿਹਪੁਰ ਤੇ ਅੱਗੇ ਪੰਜੋਲਾ ਵਗੈਰਾ, ਜਿੰਨੇ ਵੀ ਇਹ ਘਾਟ ਦੇ ਪਿੰਡ ਨੇ, ਇੱਥੇ ਜੋਰਾਂ ਸ਼ੋਰਾਂ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਜੋ ਭੱਠੇ ਵਾਲਿਆਂ ਵੱਲੋਂ ਵੀ ਕੀਤੀ ਜਾ ਰਹੀ ਹੈ, ਉਹ ਇੱਟਾਂ ਵਾਸਤੇ ਮਿੱਟੀ ਖਰੀਦਣ ਦੇ ਬਹਾਨੇ ਨਜਾਇਜ਼ ਮਾਈਨਿੰਗ ਕਰ ਰਹੇ ਹਨ, ਜਿਸ ਨਾਲ ਜਿਹੜੇ ਬਿਜਲੀ ਦੇ ਖੰਭੇ ਹੈ ਉਹ ਵੀ ਡਿੱਗਣ ਦੀ ਹਾਲਤ ਵਿੱਚ ਖੜੇ ਨੇ। ਉੱਥੇ ਕੱਲ੍ਹ ਨੂੰ ਕੋਈ ਵੀ ਹਾਦਸਾ ਵਾਪਰ ਸਕਦਾ, ਕਿਸੇ ਵੀ ਕਿਸਾਨ ਮਜ਼ਦੂਰ ਦਾ ਨੁਕਸਾਨ ਹੋ ਸਕਦਾ, ਕਿਸੇ ਵੀ ਕਿਸਾਨ ਮਜ਼ਦੂਰ ਦੇ ਡੰਗਰ ਦਾ, ਬੱਚੇ ਦਾ ਨੁਕਸਾਨ ਹੋ ਸਕਦਾ। ਇਸ ਜਿਹੜੀ ਨਜਾਇਜ਼ ਮਾਈਨਿੰਗ ਹੈ ਇਹਨੂੰ ਜਲਦੀ ਤੋਂ ਜਲਦੀ ਰੋਕਿਆ ਜਾਣਾ ਚਾਹੀਦਾ। ਇਹ ਨਜਾਇਜ਼ ਮਾਈਨਿੰਗ ਤਾਂ ਜ਼ਰੂਰੀ ਹੈ ਤਾਂ ਜੋ ਜਿਹੜਾ ਇਸ ਏਰੀਏ ਵਿੱਚ ਜੋ ਬਿਜਲੀ ਦੀ ਸਪਲਾਈ ਹੈ ਉਹਦਾ ਨੁਕਸਾਨ ਨਾ ਹੋਵੇ ਅਤੇ ਜੋ ਉੱਥੇ ਜ਼ਮੀਨਾਂ ਨੇ, ਜਿਹੜੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਹੈ ਉਹ ਵੀ ਖਤਮ ਹੋ ਰਹੀ ਹੈ ਅਤੇ ਜਿਹੜੀਆਂ ਸੜਕਾਂ ਉਹ ਟੁੱਟ ਰਹੀਆਂ ਨੇ। ਇਸ ਕਰਕੇ ਜਿਹੜੀ ਇਹ ਮਾਈਨਿੰਗ ਹੈ ਜ਼ਰੂਰ ਰੁਕਣੀ ਚਾਹੀਦੀ ਹੈ ਜਲਦੀ ਤੋਂ ਜਲਦੀ। ਪ੍ਰਸ਼ਾਸਨ ਨੂੰ ਮੰਗ ਕਰਦੇ ਹੋ? ਦੇਖੋ, ਅਸੀਂ ਪ੍ਰਸ਼ਾਸਨ ਨੂੰ ਇਹ ਸੁਚੇਤ ਕੀਤਾ, ਅਸੀਂ ਤੁਹਾਡੇ ਰਾਹੀਂ ਇਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਨਜਾਇਜ਼ ਮਾਈਨਿੰਗ ਦੇ ਖਿਲਾਫ ਜਲਦੀ ਤੋਂ ਜਲਦੀ ਕੋਈ ਕਾਰਵਾਈ ਕੀਤੀ ਜਾਵੇ। ਜਿਵੇਂ ਹੁਣ ਇਸ ਕੋਵਿਡ ਦੇ ਦੌਰਾਨ ਇੱਕ ਛੋਟਾ ਜਿਹੜਾ ਦੁਕਾਨਦਾਰ ਹੈ ਉਹਨੂੰ ਸਮਾਂ ਦਿੱਤਾ ਜਾਂਦਾ ਕਿ ਇਸ ਟਾਈਮ ਖੋਲ੍ਹਣੀ ਹੈ, ਇਸ ਟਾਈਮ ਬੰਦ ਕਰਨੀ ਹੈ, ਪਰੰਤੂ ਜਿਹੜੀ ਇਹ ਨਜਾਇਜ਼ ਮਾਈਨਿੰਗ ਹੈ ਇਹਨੂੰ ਖੁੱਲ੍ਹੀਆਂ ਛੁੱਟੀਆਂ ਨੇ। ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ, ਮਾਈਨਿੰਗ ਅਫਸਰ ਨੂੰ, ਮਾਈਨਿੰਗ ਮਹਿਕਮੇ ਨੂੰ ਬੇਨਤੀ ਕਰਦਾ, ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਸਿਵਲ ਪ੍ਰਸ਼ਾਸਨ ਨੂੰ, ਡੀਸੀ ਸਾਹਿਬ ਨੂੰ ਬੇਨਤੀ ਕਰਦਾ, ਜੋ ਇਹ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਇਸ 'ਤੇ ਜਲਦੀ ਤੋਂ ਜਲਦੀ ਨਕੇਲ ਪਾਈ ਜਾਵੇ। ਨਹੀਂ ਅਸੀਂ ਰੋਪੜ ਦੀਆਂ ਸੰਯੁਕਤ ਕਿਸਾਨ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਕਾਦੀਆਂ ਆਪਣੇ ਵੱਲੋਂ ਕੋਈ ਵੱਡਾ ਸੰਘਰਸ਼ ਉਲੀਕਣ ਵਾਸਤੇ ਮਜਬੂਰ ਹੋਵੇਗੀ। अक्सर पंजाब पुलिस किसी ना किसी काम नूं लैके चर्चा का विषय बनी रहती है, फिर चाहे वह पिछले दिनों में पुलिस कर्मचारी अड्डे चोरी मारते होण, सब्जी वाले की टोकरी नूं लत्त मारते होण या फिर नशे की हालात विच लोकां नूं गालां कढदे होण। ट्रैफिक विच बतौर ASI वजों अपनी सेवावां देण वाले हरजीत सिंह समाज नूं चंगी सेहत दे रहा है। हरजीत सिंह अपनी नौकरी के दौरान सड़क ते डिगे हुण तक दे 20 तोले सोने की गहणियां नाल भरिया बैग, 50 पर्स ते 35,000 रुपए केस असल वारसां दे हवाले कर चुका है। ते हुण ASI हरजीत सिंह जरूरतमंद लोकां नूं अपनी कमाई विचों 10% कढ के राशन, मास्क ते फ्रूट वंड के समाज विच एक समाज सेवा का चंगा संदेश दे रहा है।
ਮੈਂ ਨਾ ਕੱਲ ਲੰਘ ਕੇ ਗਿਆ ਸੀ ਇੱਥੋਂ ਤੇ ਮੈਂ ਝੁੱਗੀਆਂ ਵਾਲੇ ਬੱਚੇ ਵੇਖੇ, ਇਹਨਾਂ ਨੇ ਕਿਸੇ ਨੇ ਮਾਸਕ ਨਹੀਂ ਪਾਏ ਹੋਏ ਤੇ ਫਿਰ ਮੈਂ ਅੱਜ ਮਾਸਕ ਲੈ ਕੇ ਨਾਲ ਫਰੂਟ ਕੇਲੇ ਇਹਨਾਂ ਸਾਰਿਆਂ ਝੁੱਗੀਆਂ 'ਚ ਵੰਡੇ ਆ ਜੀ। ਆਪਣੀ ਤਨਖਾਹ ਦੇ ਸੰਬੰਧ ਕਰਦਾ ਵਾਂ, ਕੋਈ ਗਰੀਬ ਹੋਏ ਜਾਂ ਕੋਈ ਮਤਲਬ ਕਿ ਹੈਂਡੀਕੈਪ ਆ ਉਹਨੂੰ ਕੋਈ ਆਟਾ ਦਾ ਰਾਸ਼ਨ ਕਿਸੇ ਨੂੰ ਜ਼ਰੂਰਤ ਹੋਏ ਉਹ ਮੈਂ ਦੇ ਕੇ ਆਉਣਾ ਜੀ। ਸਰ ਹੁਣ ਤੱਕ ਮੈਂ 35 ਕੁ ਮੋਬਾਈਲ ਮੋੜੇ ਆ ਜੀ, 20-25 ਪਰਸ ਮੋੜੇ ਲੋਕਾਂ ਦੇ। ਭਈਆਂ ਦਾ 35,000 ਰੁਪਇਆ ਡਿੱਗਾ ਸੀ ਉਹ ਵੀ ਮੋੜਿਆ ਜੀ। ਤੇ ਸੋਨਾ ਸੀ ਕਿਸੇ ਦਾ ਵਿਆਹ ਸ਼ਾਦੀ ਦਾ, ਉਹ ਵੀ ਉਹਨਾਂ ਦੇ ਮੈਂ ਘਰ ਦੇ ਕੇ ਆਇਆ ਜੀ। ਲੋਕ ਬਹੁਤ ਮੇਰੇ ਨਾਲ ਪਿਆਰ ਕਰਦੇ ਆ ਜੀ ਤੇ ਬਹੁਤ ਫੈਨ ਆ, ਸਾਰੇ ਸ਼ਹਿਰ ਦੇ ਲੋਕ ਬੜੀ ਇੱਜ਼ਤ ਕਰਦੇ ਆ ਜੀ। ਜਦੋਂ ਉਹ ਮੇਰੇ ਨਾਲ ਖੁਸ਼ ਹੁੰਦੇ ਆ ਤਾਂ ਮੈਨੂੰ ਮਨ 'ਚ ਬਹੁਤ ਖੁਸ਼ੀ ਹੁੰਦੀ ਹੈ ਜੀ। ਸ਼ਾਬਾਸ਼ ਦਿੰਦੇ ਆ ਸਾਡੇ ਅਫਸਰ ਵੀ, ਸ਼ਾਬਾਸ਼ ਦਿੰਦੇ ਆ ਜੀ। ਪਰ ਸਾਰੀ ਪੁਲਿਸ ਇੱਕੋ ਜਿਹੀ ਨਹੀਂ ਹੁੰਦੀ ਜੀ, ਮਤਲਬ ਕਿ ਕੁਝ ਚੰਦ ਜਿਵੇਂ 5 ਉਂਗਲਾਂ ਇੱਕੋ ਜਿਹੀ ਨਹੀਂ ਹੁੰਦੇ, ਕੋਈ ਇੱਕ ਅੱਧਾ ਬੰਦਾ ਹੁੰਦਾ ਜੀ ਜਿਹੜਾ ਮਹਿਕਮੇ ਨੂੰ। ਪਰ ਮਹਿਕਮਾ ਸਾਡਾ ਪਿਛਲੇ ਕਰੋਨਾ ਦੌਰਾਨ ਸਾਡੀ ਪੰਜਾਬ ਪੁਲਿਸ ਦੇ ਅਫਸਰਾਂ ਨੇ, ਪੰਜਾਬ ਪੁਲਿਸ ਨੇ ਬਹੁਤ ਗਰੀਬਾਂ ਦੀ ਮਦਦ ਕੀਤੀ ਜੀ। ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਸੰਬੰਧੀ ਹਿੱਸਾ ਪੁੱਛਣ ਸੰਬੰਧੀ ਲੱਗੇ ਹੋਰਡਿੰਗ ਅਤੇ ਫਲੈਕਸ ਬੈਨਰਾਂ ਸੰਬੰਧੀ ਕੇਂਦਰ ਸਰਕਾਰ ਵੱਲੋਂ ਪ੍ਰਿੰਟਿੰਗ ਕਰਨ ਵਾਲਿਆਂ ਤੇ ਲੱਗੇ ਛਪਾਉਣ ਵਾਲਿਆਂ ਤੱਕ ਕੀਤੀ ਕਾਨੂੰਨੀ ਕਾਰਵਾਈ ਦੇ ਵਿਰੋਧ ਵਿੱਚ ਅੱਜ ਅੰਮ੍ਰਿਤਸਰ ਸ਼ਹਿਰ ਵਿਖੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਅਕਸ਼ੇ ਕੁਮਾਰ ਵੱਲੋਂ ਮੋਦੀ ਸਰਕਾਰ ਤੇ ਵੈਕਸੀਨ ਦਾ ਹਿਸਾਬ ਪੁੱਛਿਆ ਗਿਆ, ਜਿਸ ਸੰਬੰਧੀ ਉਹਨਾਂ ਆਖਿਆ ਕਿ ਮੋਦੀ ਸਰਕਾਰ ਵਿਦੇਸ਼ਾਂ ਵਿੱਚ ਭੇਜੀ ਵੈਕਸੀਨ ਦਾ ਹਿਸਾਬ ਦੇਵੇ ਕਿ ਭਾਰਤੀਆਂ ਨੂੰ ਲਗਾਉਣ ਵਾਲੀ ਵੈਕਸੀਨ ਕਿੱਥੇ ਹੈ। ਮੇਰਾ ਨਾਮ ਅਕਸ਼ੇ ਸ਼ਰਮਾ ਹੈ, ਮੈਂ NSCI ਦਾ ਸਟੇਟ ਪ੍ਰੈਜ਼ੀਡੈਂਟ ਹਾਂ। ਜਿਸ ਤਰੀਕੇ ਦੇ ਨਾਲ ਡੈਮੋਕ੍ਰੇਸੀ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਘਾਣ ਕੀਤਾ ਜਾ ਰਿਹਾ ਹੈ, ਕੋਈ ਸਮਾਂ ਸੀਗਾ ਪੂਰੇ ਵਿਸ਼ਵ ਦੇ ਵਿੱਚ ਹਿੰਦੁਸਤਾਨ ਡੈਮੋਕ੍ਰੇਸੀ ਦੇ ਦੇਸ਼ਾਂ ਦੇ ਵਿੱਚ ਅਵਲ ਦੇਸ਼ ਸੀਗਾ। ਅੱਜ ਜਿਵੇਂ ਦਿੱਲੀ ਦੇ ਵਿੱਚ ਕੁਝ ਲੋਕਾਂ ਨੇ, ਨਾਗਰਿਕਾਂ ਨੇ ਸਵਾਲ ਪੁੱਛਿਆ ਵੀ ਮੋਦੀ ਜੀ ਸਾਡੀ ਵੈਕਸੀਨ ਕਿੱਥੇ ਹੈ, ਸਾਡੀ ਵੈਕਸੀਨ ਕਿਉਂ ਵਿਦੇਸ਼ਾਂ ਨੂੰ ਭੇਜੀ ਗਈ। ਉਹਨਾਂ ਮਜ਼ਦੂਰਾਂ ਦੇ ਖਿਲਾਫ, ਉਹਨਾਂ ਪੋਸਟਰ ਛਪਾਉਣ ਵਾਲਿਆਂ ਦੇ ਖਿਲਾਫ, ਉਹਨਾਂ ਲਗਾਉਣ ਵਾਲਿਆਂ ਦੇ ਖਿਲਾਫ FIR ਦਰਜ ਕੀਤੀ ਗਈ। ਉਹਨੂੰ ਦੇਖਦੇ ਹੋਏ ਜਦੋਂ ਅਸੀਂ FIR ਦੇਖੀ ਤੇ ਅਸੀਂ ਖੁਦ NSCI ਦੇ ਸਟੂਡੈਂਟ ਦੇ ਸਾਡੇ ਲੀਡਰਸ ਨੇ, ਸਾਰਿਆਂ ਨੇ ਫੈਸਲਾ ਕੀਤਾ ਵੀ ਅਸੀਂ ਹਰ ਸ਼ਹਿਰ ਦੇ ਵਿੱਚ ਇਹੋ ਜਿਹੇ ਪੋਸਟਰ ਲਗਾਵਾਂਗੇ ਤੇ ਆਪਣੇ ਪ੍ਰਧਾਨ ਮੰਤਰੀ ਕੋਲ ਸਵਾਲ ਪੁੱਛਾਂਗੇ ਵੀ ਸਾਡੀ ਜਿਹੜੀ ਮੈਡੀਸਨ ਹੈ ਉਹ ਵਿਦੇਸ਼ਾਂ ਨੂੰ ਕਿਉਂ ਜਾ ਰਹੀ ਹੈ। ਉਹਨਾਂ ਨੂੰ ਪੁੱਛਦੇ ਹੋਏ ਅੱਜ ਅਸੀਂ ਕਿਹਾ ਵੀ ਜੇ ਤੁਸੀਂ ਉਹਨਾਂ ਤੇ FIR ਕਰ ਸਕਦੇ ਹੋ ਸਾਡੇ ਤੇ ਵੀ ਕਰੋ, ਕਿਉਂਕਿ 2014 ਤੋਂ ਪਹਿਲਾਂ ਫਾਰਮੇਸੀ ਦੀ ਦੁਨੀਆ ਦੇ ਵਿੱਚ ਸਾਡਾ ਹਿੰਦੁਸਤਾਨ ਅਵਲ ਦੇਸ਼ਾਂ ਦੇ ਵਿੱਚ ਆਉਂਦਾ ਸੀਗਾ। ਪਰ ਉਹਦੇ ਸਮੇਂ ਤੋਂ ਅੱਜ ਦਾ ਸਮੇਂ ਕੀ ਹੈ, ਪ੍ਰਧਾਨ ਮੰਤਰੀ ਕਹਿ ਰਹੇ ਨੇ ਸਟੇਟਸ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਵਿਦੇਸ਼ਾਂ ਤੋਂ ਖੁਦ ਮੈਡੀਸਨ ਖਰੀਦਣ, ਤੇ ਸਟੇਟ ਦੇ ਕੋਲ ਰੈਵਨਿਊ ਕਿੱਥੇ ਹੈ। ਰੈਵਨਿਊ GST ਤੋਂ ਆਉਣਾ ਸੀਗਾ, ਉਹ ਤੁਸੀਂ 2018 ਤੋਂ ਬਾਅਦ ਸਾਡਾ GST ਵਾਪਸ ਨਹੀਂ ਕੀਤਾ। ਹਜ਼ਾਰਾਂ ਕਰੋੜ ਦਾ GST ਪਿਆ ਹੈ, ਕਿੰਨੇ ਪੈਸੇ ਤੁਹਾਡੇ ਕੋਲ ਲੈਣ ਵਾਲੇ ਹੈ। ਜਦੋਂ ਸਾਡੇ ਚੀਫ ਸੈਕਟਰੀ ਸਾਹਿਬਾਨ ਜਾਂਦੇ ਨੇ ਤੁਸੀਂ ਉਹਨਾਂ ਨੂੰ ਵਾਪਸ ਭੇਜ ਦਿੰਦੇ ਹੋ, ਤੁਸੀਂ ਕੋਈ ਜਵਾਬ ਨਹੀਂ ਦਿੰਦੇ। ਹਿੰਦੁਸਤਾਨ ਦੇ ਵਿੱਚ ਜਿੱਥੇ BJP ਰੂਲਿੰਗ ਗਵਰਨਮੈਂਟਸ ਦੀਆਂ ਸਟੇਟਸ ਨਹੀਂ ਨੇ, ਉਹਨਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ। ਅੱਜ ਉਹਨਾਂ ਸਟੇਟਸ ਦੇ ਵਿੱਚ ਵੈਕਸੀਨ ਪਹੁੰਚਾਈ ਜਾ ਰਹੀ ਹੈ, ਸਾਡੀ ਸਟੇਟਸ ਨੂੰ ਵੈਕਸੀਨ ਦਿੱਤੀ ਨਹੀਂ ਜਾ ਰਹੀ। ਅੱਜ ਸਿਆਸਤ ਤੋਂ ਦੂਰ ਹਟ ਕੇ ਲੋਕਾਂ ਨੂੰ ਮੈਡੀਸਨ ਪਹੁੰਚਾਉਣ ਦੀ, ਵੈਕਸੀਨ ਪਹੁੰਚਾਉਣ ਦੀ ਲੋੜ ਹੈ। ਮੋਦੀ ਜੀ ਸਿਆਸਤ ਆਪਾਂ ਅੱਗੇ ਵੀ ਬਹੁਤ ਕਰ ਲਈ, ਐਸੀ ਕਰ ਲਈ ਕਿ ਆਪਾਂ ਅੱਜ ਦੇਸ਼ ਨੂੰ ਇਸ ਤਰੀਕੇ ਨਾਲ ਮਜਬੂਰ ਕਰ ਦਿੱਤਾ ਕਿ ਆਪਾਂ ਜ਼ਰੂਰ ਸੁਣਿਆ ਸੀਗਾ ਵੀ ਹਸਪੀਟਲ 'ਚ ਐਡਮਿਟ ਹੋਣ ਲਈ ਸਿਫਾਰਿਸ਼ ਦੀ ਲੋੜ ਪਵੇ, ਆਪਾਂ ਸੁਣਿਆ ਸੀਗਾ ਵੀ ਕਿਤੋਂ ਦਵਾਈ ਮਹਿੰਗੀ ਹੈ, ਦਵਾਈ ਸਸਤੀ ਕਰਾਉਣ ਦੀ ਲੋੜ ਪਵੇ। ਕਈ ਐਸੀਆਂ ਸਿਫਾਰਿਸ਼ਾਂ ਜ਼ਰੂਰ ਹੁੰਦੀਆਂ ਸੀਗੀਆਂ। ਅੱਜ ਹਿੰਦੁਸਤਾਨ ਦੇ ਵਿੱਚ ਪਹਿਲਾ ਦੇਸ਼ ਹੋਏਗਾ ਸੰਸਕਾਰ ਕਰਾਉਣ ਲਈ, ਕ੍ਰਿਮੀਨੇਸ਼ਨ ਕਰਾਉਣ ਦੇ ਲਈ ਤੁਸੀਂ ਲੋਕਾਂ ਨੂੰ ਸਿਫਾਰਿਸ਼ ਦੀ ਲੋੜ ਪੈ ਰਹੀ ਹੈ। ਇਹ ਕਿਹੋ ਜਿਹਾ ਦੇਸ਼ ਦੇ ਹਾਲਾਤ ਬਣ ਚੁੱਕੇ ਨੇ ਮੋਦੀ ਜੀ, ਇਸ ਦੇ ਉੱਤੇ ਸਾਨੂੰ ਯੂਥ ਜ਼ਰੂਰ ਸਵਾਲ ਪੁੱਛੇਗਾ। ਅੱਜ ਥਾਣਾ ਕੱਚਾ ਪੱਕਾ ਪੁਲਿਸ ਦੇ SHO ਲਖਵਿੰਦਰ ਸਿੰਘ ਨੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਤਿੰਦਰ ਸਿੰਘ ਨਾਲ ਮਿਲ ਕੇ ਪਿੰਡ ਦਿਆਲਪੁਰ ਦੇ 2 ਘਰਾਂ ਵਿੱਚ ਰੇਡ ਕਰ ਭਾਰੀ ਮਾਤਰਾ ਵਿੱਚ ਲਾਹਣ ਅਤੇ ਸ਼ਰਾਬ ਬਰਾਮਦ ਕੀਤੀ। ਇਸ ਸੰਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਪੁਲਿਸ ਵੱਲੋਂ ਨਿਰਭੈ ਸਿੰਘ, ਜੋ ਕਿ ਕਾਂਗਰਸੀ ਆਗੂ ਦੱਸਿਆ ਜਾ ਰਿਹਾ ਹੈ, ਉਸਦੇ ਘਰ ਰੇਡ ਕੀਤੀ ਤਾਂ ਉਸ ਵੱਲੋਂ ਅਤੇ ਉਹਨਾਂ ਦੇ ਨੌਕਰ ਰਣਜੀਤ ਸਿੰਘ ਵੱਲੋਂ ਘਰ ਵਿੱਚ ਰੱਖੀ 400 ਲੀਟਰ ਲਾਹਣ ਅਤੇ 250 ਲੀਟਰ ਸ਼ਰਾਬ ਬਰਾਮਦ ਕੀਤੀ। ਉਹਨਾਂ ਦੀ ਮਗੂਰੀ ਵੀ ਸਾਨੂੰ ਮਿਲੀ, ਉਹਨਾਂ ਨੂੰ ਨਾਲ ਲੈ ਕੇ ਅਸੀਂ ਨਿਸ਼ਾਨ ਸਿੰਘ ਪੁੱਤਰ ਸਰਨ ਸਿੰਘ ਵਾਸੀ ਦਿਆਲਪੁਰਾ ਦੇ ਘਰ ਰੇਡ ਕੀਤਾ, ਜਿੱਥੋਂ 400 ਲੀਟਰ ਲਾਹਣ ਤੇ 20 ਲੀਟਰ ਸ਼ਰਾਬ ਮਿਲੀ। ਉਸ ਤੋਂ ਅੱਗੇ ਰੇਡ ਕੀਤਾ ਨਿਰਭੈ ਸਿੰਘ ਪੁੱਤਰ ਅਵਤਾਰ ਸਿੰਘ, ਉਸ ਦਾ ਨੌਕਰ ਰਣਜੀਤ ਸਿੰਘ ਪੁੱਤਰ ਬਗੀਚਾ ਸਿੰਘ, ਪਿੰਡ ਦਿਆਲਪੁਰਾ। ਉਸ ਤੋਂ ਲਾਹਣ ਬਰਾਮਦ ਹੋਈ ਹੈ ਜੀ 400 ਲੀਟਰ ਲਾਹਣ, 250 ਲੀਟਰ ਸ਼ਰਾਬ। ਤੇ ਕਿੰਨੇ ਬੰਦੇ ਦੇ ਕਾਬੂ ਕੀਤੇ ਗਏ? ਕਿਹੜੇ 2 ਬੰਦੇ ਅਰੈਸਟ ਆ ਜੀ, ਰਣਜੀਤ ਸਿੰਘ ਸਾਨੂੰ ਬਗੀਚਾ ਸਿੰਘ, ਨਿਸ਼ਾਨ ਸਿੰਘ ਪੁੱਤਰ ਸਰਨ ਸਿੰਘ। ਤੇ ਮਾਮਲਾ ਦਰਜ ਕਰ ਲਿਆ ਕਰ ਲਿਆ ਜੀ। ਤੇ ਇਹ ਪਤਾ ਲੱਗਾ ਕਿ ਜਿਹੜਾ ਨਿਰਭੈ ਸਿੰਘ ਆ ਉਹਨੂੰ ਸੱਤਾਧਾਰੀ ਪਾਰਟੀ ਦਾ ਕੋਈ ਆਗੂ ਵੀ ਆ, ਤੇ ਉਹਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ? ਸਰ ਮੌਕੇ ਤੋਂ ਦੌੜ ਗਿਆ ਤੇ ਉਹਦਾ ਹੈ ਕੋਈ ਸੱਤਾਧਾਰੀ ਪਾਰਟੀ ਨਾਲ ਰਿਸ਼ਤਾ, ਕੋਈ ਆਗੂ ਹੈ ਪਿੰਡ ਦਾ ਕੋਈ? ਨਹੀਂ ਇਹਦੇ ਬਾਰੇ
ਅੱਜ ਤਰਨਤਾਰਨ ਨਗਰ ਕੌਂਸਲ ਦਫ਼ਤਰ ਅੱਗੇ ਸਫਾਈ ਸੇਵਕ ਯੂਨੀਅਨ ਪ੍ਰਧਾਨ ਰੇਸ਼ਮ ਕੁਮਾਰ ਦੀ ਅਗਵਾਈ ਹੇਠ ਸੈਂਕੜੇ ਕਰਮਚਾਰੀਆਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਪੰਜਾਬ ਸਰਕਾਰ ਖਿਲਾਫ ਲਗਾਤਾਰ ਧਰਨਾ ਲਗਾਏ ਬੈਠੇ ਹਨ। ਇਹ ਧਰਨਾ ਉਹਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਬਾਈਟ ਰੇਸ਼ਮ ਕੁਮਾਰ ਨੇ ਦੱਸਿਆ ਕਿ 2004 ਤੋਂ ਸਾਨੂੰ ਕਮਿਸ਼ਨ ਲਾਗੂ ਨਹੀਂ ਕਰ ਰਹੀ ਪੰਜਾਬ ਸਰਕਾਰ ਅਤੇ ਕੱਚੇ ਮੁਲਾਜ਼ਮ ਪੱਕੇ ਨਹੀਂ ਕਰ ਰਹੀ, ਨਾ ਹੀ ਪੰਜਾਬ ਸਰਕਾਰ ਸਾਡੀ ਹੱਕੀ ਮੰਗਾਂ ਵੱਲ ਧਿਆਨ ਦੇ ਰਹੀ ਹੈ। ਇਹ ਹੋ ਗਿਆ ਵਾ ਚੌਥਾ ਦਿਨ ਹੋ ਗਿਆ ਪੰਜਵਾਂ ਜਿਹੜਾ ਹੜਤਾਲ 'ਚ ਸ਼ੁਰੂ ਹੋ ਗਿਆ ਸਾਡਾ ਜੀ। ਤੇ ਇਹ ਹੜਤਾਲ ਦੇ ਮੰਗਾਂ ਸਾਡੀਆਂ ਇਹ ਨੇ ਕਿ ਸਰਕਾਰ ਦੇ ਗਾੜੀ ਬਾਰ-ਬਾਰ ਅਸੀਂ ਬੇਨਤੀਆਂ ਕਰ ਰਹੇ ਹਾਂ ਵੀ ਸਾਡੀਆਂ ਜਿਹੜੀਆਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਤੁਰੰਤ ਲਾਗੂ ਕੀਤੀ ਜਾਵੇ। ਮੁਲਾਜ਼ਮ ਜਿਹੜੇ ਆ ਕਈ ਚਿਰ ਤੋਂ 2016 ਤੋਂ ਮੁਲਾਜ਼ਮ ਕੱਚੇ ਜਿਹੜੇ ਆ ਉਹ ਵੀ ਨੇ ਇਹਨਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ, ਲੇਕਿਨ ਉਹ ਵੀ ਅਜੇ ਤੱਕ ਲਾਗੂ ਨਹੀਂ ਕੀਤਾ। ਕਾਂਗਰਸ ਸਰਕਾਰ ਆਈ ਤੋਂ ਉੱਤੇ ਇਹਨਾਂ ਬੈਨ ਲਾਤਾ, ਉਹ ਬੈਨ ਲਾਇਆ ਅਜੇ ਤੱਕ ਉਹ ਹਟਾ ਨਹੀਂ ਰਹੇ। ਠੇਕੇਦਾਰੀ ਸਿਸਟਮ ਨੂੰ ਜਿਹੜਾ ਪਨਾਹ ਦੇ ਰਹੇ ਆ ਤੇ ਜਿਹੜੇ ਇਹਨਾਂ ਦੇ ਪੁੱਤ ਭਤੀਜੇ ਰਜਵਾੜੇ ਜਿਹੜੇ ਉਹ ਰੱਜਣ ਦੇ ਨੇ ਤੇ ਇਸ ਕਰਕੇ ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ। ਉਹਨਾਂ ਦੇ ਪੱਲੇ ਕੁਛ ਨਹੀਂ ਗਾ, ਤਨਖਾਹਾਂ ਵੀ ਉਹਨਾਂ ਨੂੰ ਦੇ ਨਹੀਂ ਰਹੇ ਤੇ ਮੁਲਾਜ਼ਮ ਤੇ ਸਿਆਸਤ ਜਿਹੜੀ ਆ ਰਲ ਕੇ ਸਾਡੇ ਮੁਲਾਜ਼ਮਾਂ ਨਾਲ ਜਿਹੜਾ ਧੋਖਾ ਕਰ ਰਹੀ ਆ ਤੇ ਉਹਨਾਂ ਦਾ ਦਬਾਅ ਪਾ ਰਹੀ ਆ ਤੇ ਦਬਾਅ ਪਾ ਕੇ ਉਹਨਾਂ ਮੁਲਾਜ਼ਮਾਂ ਨੂੰ ਨਾ ਤਾਂ ਤਨਖਾਹਾਂ ਟਾਈਮ ਨਾਲ, ਨਾ ਕੋਈ ਪ੍ਰਾਈਵੇਟ ਫੰਡ ਟਾਈਮ ਨਾਲ ਉਹਨਾਂ ਦਾ ਕੱਟ ਲੈਂਦੇ ਆ, ਜਮ੍ਹਾਂ ਨਹੀਂ ਕਰਵਾਉਂਦੇ ਉਹਦੇ ਖਾਤੇ ਦੇ ਵਿੱਚ, ਤੇ ਨਾ ਹੀ ਬੈਂਕਾਂ ਦੀਆਂ ਕਿਸ਼ਤਾਂ, ਨਾ ਹੀ LIC ਦੀਆਂ ਕਿਸ਼ਤਾਂ, ਜੋ ਵੀ ਮਤਲਬ ਮੁਲਾਜ਼ਮਾਂ ਦਾ ਬਣਦਾ DA ਦੀਆਂ ਕਿਸ਼ਤਾਂ ਜਾਮ ਕੀਤੀਆਂ ਵਾ। ਜੇ ਸਾਲਾਨਾ ਤਰੱਕੀਆਂ ਜਿਹੜੀਆਂ ਸਾਡੀਆਂ ਉਹ ਨਹੀਂ ਅਜੇ ਤੱਕ ਲਾਈਆਂ ਜਾ ਰਹੀਆਂ। ਬੇਨਤੀ ਆਹੀ ਸਾਡੀ ਕਮੇਟੀ ਦੇ ਕੁਛ ਮੰਗਾਂ ਸਾਡੀਆਂ ਕਮੇਟੀਆਂ ਆਪਣੇ ਮਹਿਕਮੇ ਦੀਆਂ ਵਾ, ਕੁਛ ਮੰਗਾਂ ਪੰਜਾਬ ਸਰਕਾਰ ਦੀਆਂ ਨੇ। ਉਹ ਨਾ ਤਾਂ ਪੰਜਾਬ ਸਰਕਾਰ ਸੁਣਦੀ ਆ, ਨਾ ਸਾਡਾ ਕੋਈ ਮਹਿਕਮਾ ਸੁਣਦਾ ਵਾ, ਕਿਉਂਕਿ ਇਹ ਅਫਸਰਸ਼ਾਹੀ ਜਿਹੜੀ ਆ ਸਾਰੀ ਪੋਲੀਟਿਕਸ ਦੇ ਨਾਲ ਰਲ ਕੇ ਤੇ ਇਹ ਮੁਲਾਜ਼ਮਾਂ ਨਾਲ ਧੋਖਾਧੜੀ ਕਰ ਰਹੀ ਆ। ਉਹ ਧੋਖਾਧੜੀ ਕਰਕੇ ਮੁਲਾਜ਼ਮਾਂ ਦਾ ਜਿਹੜਾ ਵਾ ਉਹ ਦਬਾਅ ਪਾ ਰਹੀ ਆ ਤੇ ਮੁਲਾਜ਼ਮ ਜਿਹੜੇ ਆ ਇਸ ਕਰਕੇ ਹੜਤਾਲ ਦੇ ਉਤਰੇ ਨੇ ਕਿ ਜਿੰਨਾ ਚਿਰ ਤੱਕ ਸਰਕਾਰ ਸਾਡੀ ਇਹ ਗੱਲ ਨੂੰ ਪ੍ਰਵਾਹ ਨਹੀਂ ਕਰਦੀ ਜਾਂ ਸਾਡੇ ਨਾਲ ਗੱਲਬਾਤ ਰਹੀ ਨਹੀਂ ਕਰਦੀ, ਉਹਨਾਂ ਚਿਰ ਤੱਕ ਇਹ ਹੜਤਾਲ ਜਿਹੜੀ ਆ ਜਾਰੀ ਰਹੂਗੀ। ਕੋਵਿਡ-19 ਦੇ ਮਰੀਜ਼ਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੇ ਅਨੁਸਾਰ ਅੱਜ ਜਟਿਆਲਾ ਗੁਰੂ ਦੇ ਗੁਰਦੁਆਰਾ ਤਪਸਥਾਨ ਬਾਬਾ ਹੁੰਦਾਲ ਵਿੱਚ SSP ਸ਼੍ਰੀ ਧਰੂਪ ਦੀਆਂ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਕੋਵਿਡ-19 ਦੇ ਮਰੀਜ਼ਾਂ ਲਈ ਖਾਣਾ ਤਿਆਰ ਕੀਤਾ ਗਿਆ ਤੇ ਘਰ-ਘਰ ਜਾ ਕੇ ਖਾਣਾ ਵੰਡਿਆ ਗਿਆ। ਜਿਹੜਾ ਖਾਣਾ ਤਿਆਰ ਕੀਤਾ ਗਿਆ ਇਹਦੇ ਬਾਰੇ ਦੱਸੋ ਜਾਣਕਾਰੀ। ਇਹ ਜਿਹੜਾ ਮਾਨਯੋਗ CM ਸਾਹਿਬ ਨੇ ਜਿਹੜੀ ਹੰਗਰ ਹੈਲਪਲਾਈਨ ਸ਼ੁਰੂ ਕੀਤੀ ਹੈ 112 ਤੇ 181, ਉਹਦੇ ਮੁਤਾਬਕ ਪੰਜਾਬ ਸਟੇਟ ਦੇ ਅੰਦਰ ਕੋਈ ਵੀ ਕੋਵਿਡ ਪੇਸ਼ੈਂਟ ਇਹੋ ਜਿਹਾ ਨਾ ਹੋਏ ਜਿਹਨੂੰ ਰੋਟੀ ਨਾ ਮਿਲੇ ਖਾਣ ਨੂੰ, ਜਿਹੜਾ ਭੁੱਖਾ ਸੌਣਾ। ਇਸ ਕਰਕੇ ਉਹਨਾਂ ਨੇ ਮਾਨਯੋਗ DGP ਸਾਹਿਬ ਨੂੰ ਹੁਕਮ ਦਿੱਤੇ ਸੀ ਕਿ ਇਹਦੇ ਬਾਰੇ ਪੰਜਾਬ ਪੁਲਿਸ ਉਪਰਾਲਾ ਕਰੇ ਤੇ ਘਰ ਘਰ ਜਿਹੜਾ ਪੱਕਿਆ ਹੋਇਆ ਖਾਣਾ ਜਿਹੜਾ ਕੋਵਿਡ ਪੇਸ਼ੈਂਟ ਦੇ ਘਰ ਪਹੁੰਚਾਇਆ ਜਾਵੇ। ਜਿਹਦੀ ਵੀ ਕਾਲ ਆਉਂਦੀ ਹੈ ਕਿ ਮੇਰੇ ਕੋਲ ਖਾਣਾ ਨਹੀਂ ਹੈਗਾ ਜਾਂ ਮੈਂ ਭੁੱਖਾ ਹਾਂ, ਉਸ ਦੇ ਡੋਰ ਸਟੈਪ 'ਤੇ ਉਹਦੇ ਘਰ ਜਾ ਕੇ ਆਪਾਂ ਖਾਣਾ ਪਹੁੰਚਾਉਣ ਦਾ ਉਪਰਾਲਾ ਕੀਤਾ। ਇੱਥੇ ਬਾਬਾ ਹੁੰਦਾਲ ਸਾਹਿਬ ਜੀ ਦੇ ਤਪ ਸਥਾਨ ਦੇ ਉੱਤੇ ਅਸੀਂ ਆ ਕੇ ਅੱਜ ਲੰਗਰ ਦੀ ਤਿਆਰੀ ਕਰਾਈ ਹੈ। ਤਿਆਰੀ ਕਰਨ ਤੋਂ ਬਾਅਦ ਉਸ ਨੂੰ ਬਕਾਇਦਾ ਪੈਕ ਕੀਤਾ, ਪੈਕ ਕਰਕੇ ਗੱਡੀ 'ਚ ਲੈ ਕੇ ਹੁਣ ਜਿੱਥੋਂ ਵੀ ਸਾਨੂੰ ਕਾਲ ਆਏਗੀ ਅਸੀਂ ਉੱਥੇ ਆਪਣੀ ਸੇਵਾਵਾਂ ਜਿਹੜੀਆਂ ਉਹ ਪਹੁੰਚਾਵਾਂ ਕਰਾਂਗੇ ਤਾਂ ਕਿ ਪੰਜਾਬ ਦੇ ਉੱਤੇ ਕੋਈ ਵੀ ਭੁੱਖਾ ਨਾ ਸੌਣ। ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਕੋਲ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਔਰਤ ਤੇ ਪਰਿਵਾਰਕ ਮੈਂਬਰਾਂ ਨੇ ਚੰਗਾ ਕਦਮ ਉਠਾਇਆ ਤੇ ਖੁਦ ਆਪਣੇ ਪੈਸਿਆਂ ਤੋਂ ਸੜਕ ਬਣਵਾ ਰਿਹਾ ਹੈ ਤਾਂ ਕਿ ਜੋ ਹਰ ਕੋਈ ਕੀਮਤੀ ਕਾਨ ਨਾ ਜਾਵੇ। ਦੱਸਣਯੋਗ ਹੈ ਕਿ ਸੜਕ ਤੇ 3 ਦਿਨਾਂ ਤੋਂ ਅੰਦਰ 4 ਜਾਣਿਆਂ ਜਾ ਚੁੱਕੀਆਂ ਹਨ। ਪਰਿਵਾਰ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਕੰਮ ਪ੍ਰਸ਼ਾਸਨ ਦਾ ਹੈ ਪਰ ਇਹ ਨੇਕ ਕੰਮ ਆਪਣੇ ਪੈਸਿਆਂ ਨਾਲ ਕਰਵਾ ਰਹੇ ਹਨ ਤਾਂ ਕਿ ਕੋਈ ਵੀ ਕੀਮਤੀ ਜਾਨ ਨਾ ਜਾ ਸਕੇ। ਹਾਂਜੀ ਸਰ, ਆਪਣਾ ਨਾਮ ਦੱਸ। ਮੇਰਾ ਨਾਮ ਗੁਰਮੀਤ ਸਿੰਘ। ਹਾਂਜੀ, ਇਹ ਤੁਹਾਡੇ ਵੱਲੋਂ ਕੰਮ ਕੀਤਾ ਜਾ ਰਿਹਾ, ਕੀ ਗੱਲਬਾਤ ਹੋਈ ਸਰ? ਇਹ ਸੜਕਾਂ ਦੀ ਮਾੜੀ ਹਾਲਤ ਕਰਕੇ ਜਿਹੜਾ ਆਉਣ ਜਾਣ ਦੀ ਆਵਾਜਾਈ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ। ਆਏ ਦਿਨ ਹੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ। 15 ਤਰੀਕ ਦੁਪਹਿਰ ਨੂੰ ਮੇਰੇ ਭਾਬੀ ਜੀ ਦੀ ਡੈਥ ਹੋ ਗਈ ਇਸੇ ਕਾਰਨ ਹੀ। ਸਰਕਾਰ ਸੁੱਤੀ ਪਈ ਆ, ਪ੍ਰਸ਼ਾਸਨ ਸੁੱਤਾ ਪਿਆ ਵਾ, ਕੋਈ ਆਪਣੀ ਜ਼ਿੰਮੇਵਾਰੀ ਸਮਝ ਕੇ ਰਾਜੀ ਨਹੀਂ ਹੈਗਾ। 12, 13, 14, 15 ਤਰੀਕ ਲਗਾਤਾਰ 4 ਦਿਨ 4 ਐਕਸੀਡੈਂਟ, 4 ਮੌਤਾਂ ਹੋਈਆਂ ਪਰ ਕਿਸੇ ਨੇ ਅਜੇ ਤੱਕ ਕੋਈ ਖਬਰਸਾਰ ਨਹੀਂ ਲਈ। ਇਹ ਹਾਲਤ ਹੋਈ ਪਈ ਇੱਥੇ ਆਪਣੀ ਜਾਨ ਦੀ ਆਪ ਹੀ ਰਾਖੀ ਕਰਨੀ ਪੈਣੀ ਹੈ, ਕਿਸੇ ਤੋਂ ਕੋਈ ਆਸ ਰੱਖਣ ਦੀ ਲੋੜ ਨਹੀਂ। ਇਸ ਕਰਕੇ ਅਸੀਂ ਖੁਦ ਹੀ ਆਪਣਾ ਬੀੜਾ ਚੁੱਕਿਆ ਕਿ ਅੱਗੇ ਤੋਂ ਕੋਈ ਇਹੋ ਜਿਹੀ ਨੌਬਤ ਨਾ ਆਵੇ ਕਿ ਕਿਸੇ ਘਰ ਦਾ ਕੋਈ ਚਿਰਾਗ ਬੁੱਝ ਜਾਵੇ ਜਾਂ ਕਿਸੇ ਦੇ ਘਰ ਦੀ ਕੋਈ ਇਹੋ ਜਿਹੀ ਮਿਸਹੈਪਨਿੰਗ ਹੋ ਜਾਵੇ ਜਿਹੜਾ ਘਾਟਾ ਕਦੀ ਸਾਰੀ ਜ਼ਿੰਦਗੀ ਪੂਰਾ ਨਹੀਂ ਹੋ ਸਕਦਾ। ਕੋਰੋਨਾ ਮਹਾਮਾਰੀ ਦੇ ਦੌਰਾਨ ਜਿੱਥੇ ਸਰਕਾਰੀ ਹਸਪਤਾਲ ਵਿੱਚ ਲੋਕ ਇਲਾਜ ਤੇ ਉਂਗਲੀ ਉਠਾ ਰਹੇ ਹਨ, ਗੱਲ ਕਰਦੇ ਹਾਂ ਅੰਮ੍ਰਿਤਸਰ ਵਿੱਚ ਪੈਂਦੀਆਂ ਡਿਸਪੈਂਸਰੀਆਂ ਦੇ ਜਿਸ ਦੇ ਮਾੜੇ ਹਾਲਾਤ ਹਨ ਤੇ ਇਲਾਜ ਵੀ ਨਾਮਾਤਰ ਹਨ। ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਸ਼ਹਿਰ ਜਾਂਦੇ ਹੀ ਹਾਲਾਤ ਖਰਾਬ ਹੋ ਜਾਂਦੀ ਹੈ। ਉਹਨਾਂ ਸਰਕਾਰ ਅੱਗੇ ਮੰਗ ਕੀਤੀ ਕਿ ਉਹ ਪੇਂਡੂ ਖੇਤਰਾਂ ਵਿੱਚ ਪੈਂਦੀਆਂ ਡਿਸਪੈਂਸਰੀਆਂ ਨੂੰ
ਅਪੈਂਡ ਕਰੇ ਤੇ ਜੋ ਕਿ ਲੋਕਾਂ ਨੂੰ ਸ਼ਹਿਰ ਦਵਾਈ ਲਈ ਜਾਣਾ ਨਾ ਪਵੇ। ਆਪਣਾ ਨਾਮ ਦੱਸ ਕੇ ਜੀ। ਹਾਂਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਹਾਂਜੀ ਸਰ, ਪਿੰਡਾਂ ਦੀ ਡਿਸਪੈਂਸਰੀਆਂ ਦਾ ਬੁਰਾ ਹਾਲ ਹੈ, ਜੋ ਹਸਪੀਟਲ ਨੇ ਉੱਥੇ ਫੈਸਿਲਿਟੀਆਂ ਨਹੀਂ ਮਿਲਦੀਆਂ ਪਈਆਂ, ਕੀ ਕਹਿਣਾ ਚਾਹੁੰਦੇ ਜੀ ਤੁਸੀਂ? ਇਹਦੇ ਬਾਰੇ ਕਹਿਣਾ ਕੀ ਹੈ ਜੀ, ਦੇਖੋ ਸਰਕਾਰਾਂ ਤੇ ਬਿਲਕੁਲ ਸੁੱਤੀਆਂ ਪਈਆਂ ਨੇ। ਚਲੋ ਆਪਾਂ ਹੁਣ ਕਹਿ ਦਈਏ ਕਿ ਚਲੋ ਕੈਪਟਨ ਸਾਹਿਬ ਉਹ ਤੋਂ ਪਹਿਲਾਂ ਵੀ ਦੇਖੋ ਕਾਲੀ ਸਰਕਾਰ ਰਹੀ ਹੈ, ਇੰਨਾ ਚਿਰ 10 ਸਾਲ ਉਹ ਰਹੇ ਆ, ਹੁਣ ਇਹ ਆ ਗਿਆ, ਇਹ ਆਪਸ ਵਿੱਚ ਇਦਾਂ ਹੀ ਬਸ 5 ਸਾਲ ਉਹ ਆ ਗਏ 5 ਸਾਲ ਉਹ ਆ ਗਏ, ਪਰ ਇਹਨਾਂ ਨੇ ਕੀਤਾ ਕੁਝ ਨਹੀਂ ਹੈਗਾ। ਤੇ ਸਾਡੇ ਇਹ ਖਾਸ ਕਰਕੇ ਜਿਹੜਾ ਬਾਰਡਰ ਏਰੀਆ ਵਾ, ਇਹ ਵੈਸੇ ਲੋਕ ਵਿਚਾਰੇ ਭੋਲੇ ਭਾਲੇ ਲੋਕ, ਇਹਨਾਂ ਦੀ ਆਫਤਾਂ ਤੇ ਉੱਦਾਂ ਹੀ ਆਫਤਾਂ ਤੁਹਾਨੂੰ ਪਤਾ ਵਾ ਕਿ ਜੋ ਕਦੋਂ ਵੀ ਵੱਡੀਆਂ ਵੱਡੀਆਂ ਆਫਤਾਂ ਇਹਨਾਂ ਨੂੰ ਝੱਲਣੀਆਂ ਪੈਂਦੀਆਂ ਵਾ, ਜਾਂ ਉਹ ਪਾਕਿਸਤਾਨ ਦਾ ਲੜਾਈ ਦਾ ਹੋਵੇ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਹੋਵੇ। ਤੇ ਬਾਕੀ ਆ ਕਰੋਨਾ ਦਾ ਵਾ, ਤੇ ਕਰੋਨਾ ਸਰਕਾਰ ਕਹਿ ਤਾਂ ਰਹੀ ਹੈ ਕਿ ਹਾਂਜੀ ਬੜੀ ਵੱਡੀ ਮਹਾਂਮਾਰੀ ਆ, ਪਰ ਉਹਦੇ ਬਾਰੇ ਫੈਸਿਲਿਟੀ ਕੋਈ ਨਹੀਂ ਦਿੱਤੀ ਇਹਨਾਂ ਨੇ। ਕੀ ਇੱਥੇ ਵੈਕਸੀਨ ਲੱਗ ਰਹੀ ਹੈ ਜੀ ਪਿੰਡਾਂ ਦੇ ਵਿੱਚ ਲੋਕਾਂ ਨੂੰ? ਨਹੀਂ, ਇਹ ਇੱਕਾ ਦੁੱਕਾ ਵਾ, ਜੇ ਕਿਸੇ ਨੇ ਲਵਾ ਲਈ ਹੋਵੇ ਜਾਂ ਆਈ ਹੋਵੇ ਤਾਂ ਲੱਗ ਹੀ ਹੋਵੇ, ਨਹੀਂ ਤੇ ਹਜੇ ਤੱਕ ਕਿਸੇ ਨੂੰ ਵੈਕਸੀਨ ਨਹੀਂ ਲੱਗੀ। ਜੇ ਕਿਸੇ ਕੋਈ ਐਮਰਜੈਂਸੀ ਪੈ ਜਾਂਦੀ ਹੈ ਕਿਸੇ ਮਰੀਜ਼ ਨੂੰ, ਤਾਂ ਇੱਥੇ ਪਿੰਡਾਂ ਦੇ ਵਿੱਚ ਜੇ ਫੈਸਿਲਿਟੀਆਂ ਨਹੀਂ ਤੇ ਕਿੱਥੇ ਜਾਣਾ ਪੈਂਦਾ ਜੀ? ਦੇਖੋ ਜੀ, ਇਹ ਹੁਣ ਡਾਕਟਰ ਸਾਹਿਬ ਨੇ ਚਲੋ ਇਹ ਆਪਣੀ ਜੌਬ ਕਰ ਰਹੇ ਆ, ਇਹ ਕਹਿੰਦੇ ਅਸੀਂ ਰੈਫਰ ਕਰ ਦਿੰਦੇ ਆ ਫਲਾਣੀ ਜਗ੍ਹਾ, ਗੁਰੂ ਨਾਨਕ ਕਰ ਦਿੰਦੇ, ਉੱਥੇ ਕਰ ਦਿੰਦੇ। ਟਾਰੀ ਦਾ ਇੱਥੇ ਨਜ਼ਦੀਕ ਟਾਰੀ ਪੈਂਦਾ ਵਾ, ਤੇ ਦੇਖੋ ਟਾਰੀ ਦੀ ਹਸਪੀਟਲ ਦੀ ਇੰਨੀ ਜ਼ਿਆਦਾ ਖਸਤਾ ਹਾਲਤ ਆ, ਉਹਦੀ ਬਿਲਡਿੰਗ ਦੀ ਇੰਨੀ ਗੰਦਗੀ ਆ, ਤੇ ਉੱਥੇ ਇਲਾਜ ਕਰਾਉਣ ਕੀ ਜਾਣਾ। ਇਹ ਕਹਿੰਦੇ ਰੈਫਰ ਨਹੀਂ ਕਰਦੇ, ਤੇ ਆਪਣੇ ਗਲੋਂ ਲਾ ਦਿੰਦੇ ਕਿ ਸਾਡੇ ਗਲੋਂ ਲੱਥੋ ਇੱਥੇ, ਬਾਕੀ ਜਾ ਕੇ ਲੋਕ ਆਪਣਾ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਇਲਾਜ ਕਰਾਉਣ। ਤੇ ਉਹ ਵੀ ਇਲਾਜ ਜਿਹੜਾ ਵਾ, ਚਲੋ ਜਿਹੜਾ ਬੰਦਾ ਕੋਈ ਜ਼ਿਮੀਂਦਾਰ ਜਾਂ ਕੋਈ ਤਕੜਾ ਬੰਦਾ ਉਹ ਤਾਂ ਇਲਾਜ ਕਰਾ ਲੂਗਾ, ਤੇ ਮਾੜੇ ਮੋਟੇ ਬੰਦੇ ਦੇ ਇਲਾਜ ਕਰਾਉਣ ਦੇ ਵੱਸ ਦੀ ਗੱਲ ਨਹੀਂ ਹੈਗੀ। ਖਬਰਾਂ ਦੇ ਬੁਲੇਟਿਨ ਵਿੱਚ ਬਸ ਇੰਨਾ ਹੀ। ਤੁਸੀਂ ਵੇਖਦੇ ਰਹੋ ਇਹੀ ਚੈਨਲ। ਅਸੀਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਤੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।